लाल मेरे चंगी तरह सोए के नहीं जी, एक गल सरताज पुछे, ओ तुसी भी यादां च कदी रोए के नहीं जी, एक गल सरताज पुछे, औखे सौखे होके जदों भेजिया सी मापियां ने, ओ ਮਹਾਰਾਜਾ ਸੁਪਨੇ ਦਲੀਪ ओ ਸਿੰਘ ਮੇਰੇ ਖਿਆਲ ਪਹਿਲੇ ਐਸੇ पूरे। ਹਿੰਦੁਸਤਾਨੀ ਪੰਜਾਬੀ ਸੀਗੇ ਜਿਹੜੇ ਇਸ ਧਰਤੀ ਸਰਜ਼ਮੀਨ ਤੇ ਆਏ 1850s ਦੇ ਵਿੱਚ। ਔਰ ਸਭ ਤੋਂ ਪਹਿਲਾਂ 2 ਸਾਲ ਉਹ ਬਕਿੰਗਮ ਪੈਲੇਸ ਕੁਈਨ ਵਿਕਟੋਰੀਆ ਦੇ ਨਾਲ ਰਹੇ। ਉਹੀ ਉਹਨਾਂ ਨੂੰ ਪਿਆਰ ਨਾਲ ਮਾਈ ਬਲੈਕ ਪ੍ਰਿੰਸ ਕਹਿੰਦੇ ਸੀ, ਲਾਰਡ ਨਾਲ ਹੀ ਜਿੱਦਾਂ ਕਹਿੰਦੇ। ਸੋ ਹਾਂਜੀ, she adopted him almost. ਹਾਂਜੀ ਸੋ ਮਾਈ ਬਲੈਕ ਪ੍ਰਿੰਸ ਕਮ ਹੇਅਰ, ਈਟ ਦਿਸ, ਗੋ ਦੇਅਰ, ਪਲੇ ਦਿਸ ਕਾਈਂਡ ਆਫ। ਸੋ ਇਸ ਕਰਕੇ ਫਿਲਮ ਦਾ ਨਾਮ ਦਾ ਬਲੈਕ ਪ੍ਰਿੰਸ ਆ। ਔਰ ਉਸ ਤੋਂ ਬਾਅਦ ਐਲਵੇਡਨ ਸਟੇਟ ਮੇਰੇ ਖਿਆਲ ਇੱਥੋਂ 4 ਘੰਟੇ ਦਾ ਰਸਤਾ ਹੈ। 22,496 ਏਕੜ ਜ਼ਮੀਨ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦਾ ਘਰ ਅੱਜ ਵੀ ਪ੍ਰੀਜ਼ਰਵਡ ਆ, ਪਰ ਉਹ ਗਿਨੀਜ਼ ਫੈਮਿਲੀ ਨੇ ਹੁਣ ਖਰੀਦ ਲਿਆ ਸੀ 1899 ਦੇ ਵਿੱਚ। 1893 ਚ ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ 6-7 ਸਾਲ ਬਾਅਦ ਉਹ ਮਤਲਬ ਕਿ ਜਿੱਦਾਂ ਕਹ ਲਓ ਕਿ ਬੈਂਕ ਨੇ ਅਕਵਾਇਰ ਕਰ ਲਿਆ ਕਾਈਂਡ ਆਫ। ਸੋ ਬਹੁਤ ਹੀ ਫੈਸੀਨੇਟਿਵ ਸਟੋਰੀ ਹੈ, ਟ੍ਰੈਜਿਕ ਵੀ ਹੈ। ਇੱਥੋਂ ਦੇ ਲੋਕ ਤਾਂ ਸ਼ਾਇਦ ਮਹਾਰਾਜਾ ਸਾਹਿਬ ਬਾਰੇ ਕਾਫੀ ਕੁਝ ਜਾਣਦੇ ਹੋਣਗੇ, ਕਿਉਂਕਿ ਤੁਸੀਂ ਤਾਂ ਫਿਰ ਵੀ ਨਜ਼ਦੀਕ ਰਹਿੰਦੇ ਹੋ। ਉਸ ਪੰਜਾਬ ਦੀ ਜੇਕਰ ਗੱਲ ਕਰੀਏ, ਉਹਨਾਂ ਨੂੰ ਸ਼ਮਸ਼ੀਰ ਦੇ ਨਾਲ ਇੱਕ ਫੋਟੋ ਦਲੀਪ ਸਿੰਘ ਦੀ ਤੇ ਮਹਾਰਾਜਾ ਦਲੀਪ ਸਿੰਘ ਦਾ ਨਾਮ, ਇਸ ਤੋਂ ਇਲਾਵਾ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਕਿ ਉਹ ਕੀ ਸੀ, ਕ੍ਰਿਸਚੀਅਨ ਕਿਉਂ ਹੋਏ, ਵਾਪਸ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ, ਮਹਾਰਾਣੀ ਜਿੰਦ ਕੌਰ ਨੂੰ ਕਦੋਂ ਮਿਲੇ, ਸੰਧਾ ਵਾਲੀਅਰ ਜਦੋਂ ਆਏ, ਐਲਬਰਟਨ ਸਟੇਟ ਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਰੋਜ਼ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਸੀ, ਕਿੰਨਾ ਕੁਛ ਉਹਨਾਂ ਨੇ ਕੀਤਾ। ਰਸ਼ੀਆ ਗਏ, ਜ਼ਾਰ ਨੂੰ ਮਿਲੇ, ਆਇਰਿਸ਼ ਰਿਬੇਲੀਅਨ ਨਾਲ ਮਿਲੇ, ਪੈਰਿਸ ਜਾ ਕੇ ਉਹਨਾਂ ਨੇ ਲੜਾਈ ਜਾਰੀ ਰੱਖੀ, ਪਰ ਕੁਛ ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਏਡੀ ਜ਼ਿਆਦਾ ਮਤਲਬ ਕਿ ਤੁਸੀਂ ਕਹ ਲਓ ਟ੍ਰੈਜਿਕ ਸਟੋਰੀ ਆ, ਕਿਉਂਕਿ ਸਾਡੀ ਹਿਸਟਰੀ ਦੇ ਵਿੱਚ ਜਿਹੜਾ ਬੰਦਾ ਇਹ ਥੋੜੀ ਜਿਹੀ ਮਤਲਬ ਔਕਵਰਡ ਜਾਂ ਰੂਡ ਗੱਲ ਵੀ ਹੋ ਸਕਦੀ ਹੈ, ਜਿਸ ਬੰਦੇ ਨੂੰ ਗੋਲੀ ਨਾਲ ਜਾਂ ਤਲਵਾਰ ਨਾਲ ਮਰ ਜਾਏ ਉਹ ਸ਼ਹੀਦ ਹੋ ਜਾਂਦਾ, ਜਿਸ ਬੰਦੇ ਨੇ ਸਾਰੀ ਜ਼ਿੰਦਗੀ ਜਦੋਜਹਿਦ ਕੀਤੀ ਪਰ ਮਰ ਗਿਆ ਉਹ ਬੈੱਡ ਤੇ ਬਿਮਾਰੀ ਨਾਲ, ਸੋ ਉਹ ਸਾਡੇ ਲਈ ਸ਼ਹੀਦ ਨਹੀਂ ਹੁੰਦਾ। ਸੋ ਇਹ ਬੜੀ ਦੁਖਦਾਈ ਗੱਲ ਹੈ। ਸੋ ਮੈਂ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਤਾਂ ਹੀ ਕਰਕੇ ਮੈਂ ਫਿਲਮ ਦੇ ਲਈ ਹਾਂ ਕੀਤੀ ਸੀ ਕਿ ਉਹੋ ਜਿਹੇ ਬੰਦੇ ਜਿਸ ਦੇ ਕੋਲ, ਜਿਹੜਾ ਬਕਿੰਗਮ ਪੈਲੇਸ ਚ ਰਹਿੰਦਾ ਹੋਵੇ 18th ਸੈਂਚੁਰੀ ਦੇ ਵਿੱਚ, ਜਿਹਦੇ ਕੋਲ 22,496 ਏਕੜ ਦਾ ਘਰ ਹੋਵੇ, ਉਹ ਸਾਰਾ ਕੁਝ ਛੱਡ ਕੇ ਆਪਣੇ ਭਾਂਡੇ ਟਿੰਡੇ ਲੈ ਕੇ ਇੰਡੀਆ ਨੂੰ ਚੱਲ ਪਵੇ ਕਿ ਮੈਂ ਨਹੀਂ ਇੱਥੇ ਰਹਿਣਾ, ਮੈਂ ਸਿੱਖ ਹਾਂ। ਇਸ ਤੋਂ ਵੱਡੀ ਸ਼ਹਾਦਤ ਕੀ ਹੋ ਸਕਦੀ ਹੈ? ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਪਰ ਹਿੰਦੁਸਤਾਨ ਦੇ ਵਿੱਚ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਕਿ ਮੈਜੋਰਿਟੀ ਲੋਕਾਂ ਨੂੰ ਲੱਗਦਾ ਨਹੀਂ ਉਹ ਤਾਂ ਬੰਦੇ ਗਲਤ ਸੀਗੇ, ਉਹ ਤਾਂ ਕ੍ਰਿਸਚੀਅਨ ਹੋ ਗਏ ਸੀ, ਉਹਨਾਂ ਨੂੰ ਤਾਂ ਪਤਾ ਕੁਝ ਨਹੀਂ ਸਿੱਖੀਜ਼ਮ ਬਾਰੇ, ਉਹਨਾਂ ਨੇ ਵਿਰਸਾ ਭੁਲਾ ਦਿੱਤਾ। ਪਰ ਨਹੀਂ, ਜਿਸ ਬੰਦੇ ਦੀ ਪਰਵਰਿਸ਼ ਜਿੱਦਾਂ ਦੇ ਜ਼ਮਾਨੇ 'ਚ ਹੋਈ ਆ, ਬੱਚਾ ਆ, ਬੱਚੇ ਨੂੰ ਤੁਸੀਂ ਕਿਸੇ ਤਰ੍ਹਾਂ ਦਾ ਵੀ ਰੰਗ ਚਾੜ ਸਕਦੇ ਹੋ, ਹਨਾ, ਜਿਨ੍ਹਾਂ ਦੇ ਬੱਚੇ ਤੁਸੀਂ ਜਾਣਦੇ ਹੋ। ਸੋ ਇਸ ਕਰਕੇ ਉਹਨਾਂ ਦੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਮੈਂ ਸ਼ੇਰੇ ਪੰਜਾਬ ਦਾ ਵਾਰਿਸ ਹਾਂ, ਮਹਾਰਾਣੀ ਜਿੰਦ ਕੌਰ ਮੇਰੀ ਮਾਂ ਆ, ਹਰੀ ਸਿੰਘ ਨਲਵਾ ਵਰਗੇ ਸਰਦਾਰ ਸਾਡੀ ਫੌਜ ਸੀਗੇ, ਪੰਜਾਬ ਦਾ ਰਾਜ ਕਸ਼ਮੀਰ ਤੋਂ ਲੈ ਕੇ ਉਹ ਅਫਗਾਨਿਸਤਾਨ ਤੱਕ ਹੁੰਦਾ ਸੀ, ਚੰਬੇ ਤੋਂ ਲੈ ਕੇ ਡਲਹੌਜ਼ੀ ਸਾਰੀਆਂ ਜਗ੍ਹਾਵਾਂ ਤੇ ਦਿੱਲੀ ਤੱਕ ਫਤਿਹ ਕੀਤੀ ਸੀ, ਸਤਲੁਜ ਪਾਰ ਦਾ ਇਲਾਕਾ। ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਸੀ। ਜਦੋਂ 16 ਸਾਲ ਦੇ ਹੋਏ ਫਿਰ ਉਹਨਾਂ ਨੇ ਬ੍ਰਿਟਿਸ਼ ਲਾਇਬ੍ਰੇਰੀ 'ਚ ਆ ਕੇ ਬੈਠਣਾ ਸ਼ੁਰੂ ਕੀਤਾ, ਫਿਰ ਆਪਣਾ ਹੱਕ ਮੰਗਣਾ ਸ਼ੁਰੂ ਕੀਤਾ, ਫਿਰ ਲੜਾਈ ਸ਼ੁਰੂ ਹੋਈ, ਜਦੋਜਹਿਦ ਸ਼ੁਰੂ ਹੋਈ। ਬਹੁਤ ਹੀ ਜ਼ਿਆਦਾ ਟ੍ਰੈਜਿਕ ਔਰ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ, ਤੁਸੀਂ ਜ਼ਰੂਰ ਦੇਖਿਓ। ਮੈਂ ਨਹੀਂ ਕਹਿੰਦਾ ਕਿਉਂਕਿ ਮੈਂ ਕੀਤੀ ਆ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮਹਾਰਾਜਾ ਦਲੀਪ ਸਿੰਘ ਸਾਡੀ ਤਵਾਰੀਖ ਦਾ ਇੱਕ ਬਹੁਤ ਵੱਡਾ ਖੂਬਸੂਰਤ ਹਿੱਸਾ ਰਿਹਾ, ਇਸ ਕਰਕੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਜੀ ਯਾ ਆਈ ਥਿੰਕ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਮੈਂ ਵਾਪਸ ਪੰਜਾਬ, ਬਹੁਤ ਜ਼ਿਆਦਾ 3 ਵਾਰੀ ਉਹਨਾਂ ਨੇ ਆਇਰਿਸ਼ ਦੇ ਨਾਲ ਵੀ, ਰਸ਼ੀਅਨਸ ਦੇ ਨਾਲ ਵੀ, ਸਾਰਿਆਂ ਦੇ ਨਾਲ, ਪਰ ਅੰਗਰੇਜ਼ ਫਿਰ ਵੀ ਅੰਗਰੇਜ਼ ਨੇ ਉਹਨਾਂ ਨੂੰ ਐਸੇ ਛੰਨੀ ਚ ਪਾ ਕੇ ਰੋਲ ਦਿੱਤਾ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਪੰਜਾਬ ਪਹੁੰਚਣਗੇ ਜਾਂ ਨਹੀਂ। ਹਾਂਜੀ, ਕਿਉਂਕਿ ਉਦੋਂ ਕਮਿਊਨੀਕੇਸ਼ਨਸ ਦੀਆਂ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਨਹੀਂ ਸੀਗੀਆਂ, ਸਿਰਫ ਤਾਰ ਜਾਂਦੀ ਹੁੰਦੀ ਸੀ, ਤਾਰ ਜਿੱਥੇ ਵੀ ਜਾਣੀ ਉਹ ਚੈੱਕ ਹੋ ਕੇ ਜਾਂਦੀ ਸੀ। ਸੋ ਜੋ ਵੀ ਉਹ ਚਿੱਠੀ ਹਿੰਦੁਸਤਾਨ ਭੇਜਦੇ ਸੀ, ਚਾਹੇ ਅੰਮ੍ਰਿਤਸਰ ਸਾਹਿਬ, ਚਾਹੇ ਲਾਹੌਰ ਦਰਬਾਰ ਨੂੰ, ਚਾਹੇ ਆਪਣੇ ਜਿਹੜਾ ਉਹਨਾਂ ਦਾ ਨੌਕਰ ਕਹਿ ਲਓ ਜਾਂ ਕੰਪੇਨੀਅਨ ਕਹਿ ਲਓ, ਅਰੂਟ ਸਿੰਘ ਦੇ ਜ਼ਰੀਏ ਉਹ ਜਿੱਥੇ ਵੀ ਜਾਂਦੇ ਸੀ, ਪਰ ਉਹ ਤਾਰਾਂ ਸਾਰੀਆਂ ਪੜੀਆਂ ਜਾਂਦੀਆਂ ਸੀ, ਫਿਰ ਅੱਗੇ ਜਾਂਦੀਆਂ ਸੀ। ਉਹਨਾਂ ਦੀ ਜਿੰਨੇ ਵੀ ਪਲਾਨ ਸੀਗੇ ਉਹ ਪਹਿਲੇ ਰਿਵੀਲ ਹੋ ਜਾਂਦੇ ਸੀ, ਇਸ ਕਰਕੇ ਉਹ ਕਾਮਯਾਬ ਨਹੀਂ ਹੋ ਸਕੇ। ਪਰ ਉਹਨਾਂ ਨੇ ਜਿਹੜੀਆਂ ਪ੍ਰੈਡਿਕਸ਼ਨਸ ਕੀਤੀਆਂ 1890s ਦੇ ਵਿੱਚ, ਉਹਨਾਂ ਤੋਂ 10 ਸਾਲ ਬਾਅਦ ਐਗਜ਼ੈਕਟਲੀ ਸੇਮ ਹੈਪਨ ਉੱਥੇ, ਮਤਲਬ ਕਿ ਅਫਗਾਨਿਸਤਾਨ ਦੇ ਥਰੂ ਕਬਜ਼ੇ ਹੋਏ, ਸਾਰਾ ਕੁਝ ਹੋਇਆ। ਸੋ ਇੰਡੀਅਨ ਇੰਡੀਪੈਂਡੈਂਸ ਦੇ ਦ ਵੈਰੀ ਫਰਸਟ ਅਨਸੰਗ ਹੀਰੋ ਵਾਸ ਮਹਾਰਾਜਾ ਦਲੀਪ ਸਿੰਘ ਜੀ। ਸੋ ਹਿਊਜ ਅਪਲੌਜ਼ ਟੂ ਯੂ। Amazing.
Or because it's not a typical Punjabi film, typical Bollywood film, No, it's not. ਗੀਤ ਗੂਤ ਤੇ ਨਹੀਂ ਗਾਉਣ ਦਾ ਮੌਕਾ ਮਿਲਿਆ ਇਸ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਗੀਤ ਨਹੀਂ ਕੋਈ ਸ਼ਾਇਰ ਪਾਇਆ ਜ਼ਰੂਰ ਪਾਇਆ ਮੈਂ ਉਹਨਾਂ ਨੂੰ ਸਮਝਾਉਂਦਾ ਰਿਹਾ, ਮੈਂ ਕਿਹਾ ਦੇਖੋ ਇਹ ਜਿੱਥੇ ਮਹਾਰਾਜਾ ਸਾਹਿਬ ਪਹਿਲੀ ਵਾਰੀ ਬਾਂਬਾ ਨੂੰ ਦੇਖਦੇ ਆ ਐਡਨ ਦੇ ਵਿੱਚ, ਮੈਂ ਕਿਹਾ ਇੱਥੇ ਲਵ ਐਂਗਲ ਹੈਗਾ, ਇੱਥੇ ਤੁਸੀਂ ਰੋਮਾਂਟਿਕ Song ਪਾ ਸਕਦੇ ਆ। ਮੈਂ ਉਧਰ ਦੀ ਆਉਂਗਾ ਇਦਾਂ ਸੂਟ ਪਾ ਕੇ ਯਾ ਉਹਨਾਂ ਦਾ ਪ੍ਰਪੋਜ਼ ਹੋ ਰਿਹਾ ਦਿਸ ਐਂਡ ਦੈਟ, ਸੋ ਅਸੀਂ ਰਿਕਾਰਡ ਕਰ ਲਏ ਆ 6 Song। ਹੀਰੀਏ ਉਹ ਅੱਛਾ ਨਵੇਂ ਕੀਤੇ ਸੀ ਪੁਰਾਣੇ ਨਵੇਂ ਹਾਲੇ ਬਿਲਕੁਲ ਨਵੇਂ, ਹਾਲੇ ਮੈਂ ਰਿਵੀਲ ਨਹੀਂ ਕਰ ਸਕਦਾ ਸੌਰੀ, ਕਿਉਂਕਿ ਉਹਨਾਂ ਨਾਲ ਸਾਡੇ ਕੰਟਰੈਕਟਸ ਹੁੰਦੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਬ੍ਰਿਸਟਿਨ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ ਕਿ ਤੁਸੀਂ ਜਿਸ ਧਰਤੀ ਦੀ ਜਿਸ ਜ਼ਮੀਨ ਦੀ ਜ਼ੁਬਾਨ ਦੀ ਇਹ ਫਿਲਮ ਆ ਉਹਦੀ ਜ਼ੁਬਾਨ 'ਚ ਵੀ ਰਿਲੀਜ਼ ਹੋਣੀ ਚਾਹੀਦੀ ਹੈ। ਉਹ ਆਲਮੋਸਟ ਐਗਰੀ ਹੈ, ਪਰ ਉਹ ਕਹਿੰਦੇ ਕਿ ਪਹਿਲਾਂ ਸਾਨੂੰ ਇੰਗਲਿਸ਼ ਰਿਲੀਜ਼ ਕਰਨ ਦਿਓ, ਆਫਟਰ ਅ ਵੀਕ ਔਰ 2 ਵੀ ਵਿਲ ਰਿਲੀਜ਼ ਉਰਦੂ और पंजाबी, they will see कि which is profitable for them, as in, you know। और इस फिल्म ਦੇ ਵਿੱਚ ਤੁਸੀਂ ਅੰਗਰੇਜ਼ੀ ਦੇ ਵਿੱਚ ਡਾਇਲੌਗ ਬੋਲ ਰਹੇ ਜਾਂ ਪੰਜਾਬੀ ਚ ਆਉਂਗੇ? ਨਹੀਂ ਟੋਟਲ ਇੰਗਲਿਸ਼। ਕੀ ਬਾਤ ਹੈ, ਥੈਂਕ ਯੂ। ਤੇ ਮੈਂ ਵੀ ਤੁਹਾਡੇ ਨਾਲ ਮਾੜੀ ਮੋਟੀ ਅੰਗਰੇਜ਼ੀ ਬੋਲ ਲਾਂ। ਨਹੀਂ ਰੈਡੀ। ਅਗਲਾ ਕੁਐਸਚਨ ਇੰਗਲਿਸ਼ ਚ ਆਵੇ। ਮੈਂ ਤੇ ਰੱਟੇ ਹੀ ਲਾਏ ਜੀ, ਕਿਉਂਕਿ ਮੇਰੀ ਤਾਂ ਚੌਥੀ ਪੰਜਵੀਂ ਜ਼ੁਬਾਨ ਹੈ ਇੰਗਲਿਸ਼ ਚ ਆ ਕੇ। ਸੋ ਪਰ ਹੈਰਾਨੀ ਇਸ ਗੱਲ ਦੀ ਹੈ, ਜੇਸਨ ਫਲੇਮਿੰਗ ਵੀ ਹੈਰਾਨ ਸੀ, ਮੈਂ ਸਾਰੇ ਸ਼ੂਟਿੰਗ ਦੇ ਵਿੱਚ ਇੱਕ ਵਾਰੀ ਵੀ ਡਾਇਲੌਗ ਨਹੀਂ ਭੁੱਲਿਆ। ਉਹ ਹੈਰਾਨ ਸੀ, ਕਹਿੰਦੇ this is your mother tongue? ਮੈਂ ਕਹਿੰਦਾ no, you're going brilliant। ਉਹ ਆਪ ਭੁੱਲ ਜਾਂਦੇ ਸੀ ਕਿਉਂਕਿ ਉਹ ਲਾਈਟਲੀ ਲੈਂਦੇ ਆ, ਉਹ ਕਹਿੰਦੇ ਚਲੋ ਠੀਕ ਹੈ ਨਾ। ਕਈ ਵਾਰੀ ਉਹ ਜੇ ਕਿਉਂਕਿ ਤੁਸੀਂ ਡਾਇਰੈਕਟਰ ਉਹਨਾਂ ਨੂੰ ਜ਼ਿਆਦਾ ਫੋਰਸ ਵੀ ਨਹੀਂ ਕਰ ਸਕਦਾ, ਉਹ ਕਹੂਗਾ ਕਿ ਡਾਇਲੌਗ ਇਦਾਂ ਨਹੀਂ, ਬੇਸ਼ੱਕ ਇਦਾਂ ਹੈ, ਮੈਂ ਇਦਾਂ ਬੋਲੂੰਗਾ। ਉਹ ਡਾਇਰੈਕਟਰ ਕਹਿੰਦਾ ਓਕੇ, ਪਰ ਮੇਰੇ ਵਰਗੇ ਨੇ ਜੇ ਕਹਿਣਾ ਕਿ ਇਦਾਂ ਨਹੀਂ ਮੈਂ ਇਦਾਂ ਬੋਲੂੰਗਾ, ਉਹਨੂੰ ਕਹਿਣਾ ਜਿੰਨਾ ਤੈਨੂੰ ਕਿਹਾ ਹੁੰਦਾ ਹੀ ਕਰ। So this is the story। So it's a good experience, the Black Prince, good experience। I will move on from the film, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਕਿ ਤੁਹਾਨੂੰ ਕਦੋਂ ਜ਼ਿਕਰ, ਤੁਹਾਨੂੰ ਸਰਤਾਜ ਨੂੰ ਕਦੋਂ ਜ਼ਿਕਰ ਹੋਇਆ ਕਿ ਐਕਚੁਅਲੀ ਮੇਰੀ ਜਿਹੜੀ ਸ਼ਕਲ ਹੈ ਥੋੜੀ ਬਹੁਤੀ ਮਹਾਰਾਜਾ ਦਲੀਪ ਸਿੰਘ ਜੀ ਹੋਣਾ ਦੀ? ਪਹਿਲੀ ਫੋਟੋ ਮੈਂ ਤੁਹਾਡੀ ਕਾਫੀ ਫੋਟੋ ਦੇਖੀਆਂ, ਤੁਸੀਂ ਪੋਜ਼ ਵੀ ਥੋੜੇ ਜਿਹਾ ਦਲੀਪ ਸਿੰਘ ਵਾਂਗੂ ਕਰਦੇ, ਜਿਹੜੀ ਉਹਨਾਂ ਦੀ early ਫੋਟੋ ਆ, ਉਹਨਾਂ ਦੀ early ਫੋਟੋ ਦੇ ਵਿੱਚ। ਹਾਂਜੀ I think ਤੁਹਾਨੂੰ ਕਦੋਂ ਜ਼ਿਕਰ ਹੋਇਆ ਕਿ ਐਕਚੁਅਲੀ ਮੇਰੀ ਥੋੜੀ ਬਹੁਤੀ ਮਿਲਦੀ ਆ ਸ਼ਕਲ ਦਲੀਪ ਸਿੰਘ ਦੇ ਨਾਲ? ਮੈਂ ਤੁਹਾਨੂੰ ਜੇ ਸੱਚੀ ਦੱਸਾਂ, ਜਦੋਂ ਪਹਿਲੀ ਵਾਰੀ ਮੈਂ ਬਰਤਾਨਵੀ ਸਰਜ਼ਮੀਨ ਤੇ ਆਇਆ ਸੀ 2010 ਅਕਤੂਬਰ ਚ, 2 ਅਕਤੂਬਰ ਦਾ ਦਿਨ ਸੀ ਉਹ, ਮੈਂ ਹੀਥਰੋ ਲੈਂਡ ਕੀਤਾ ਸੀ ਸਵੇਰੇ 6:30 ਜਾਂ 7 ਵਜੇ। ਔਰ ਕਿਉਂਕਿ ਉੱਥੇ ਇਮੀਗ੍ਰੇਸ਼ਨ ਦੀ ਲਾਈਨ ਬਹੁਤ ਲੰਬੀ ਹੁੰਦੀ ਆ, ਤੁਸੀਂ ਸਾਰੇ ਜਾਣਦੇ ਆ ਮੇਰੇ ਖਿਆਲ ਚ। ਹੁਣ ਜਿਹੜੇ ਇੰਡੀਅਨ ਪਾਸਪੋਰਟ ਵਾਲੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ 2-3 ਘੰਟੇ ਲੱਗ ਜਾਂਦੇ ਆ, ਯੂਰੋਪੀਅਨ ਜਾਂ UK ਵਾਲੇ ਤਾਂ ਸਾਈਡ ਦੀ ਫਾਸਟ ਟਰੈਕ ਹੈਗਾ। ਸੋ ਉੱਥੇ ਲੰਬੀ ਲਾਈਨ ਤੇ ਅਸੀਂ ਖੜੇ ਸਾਰੇ, ਤੇ ਸੂਰਜ ਚੜ੍ਹਨਾ ਸ਼ੁਰੂ ਹੋ ਗਿਆ, ਤੇ ਮੈਂ ਲਿਖਿਆ ਚੜ੍ਹਦਾ ਸੂਰਜ ਵੇਖਿਆ ਜਦ ਉਤਰੇ UK। ਪਹਿਲੀ ਵਾਰੀ ਚੜ੍ਹਦਾ ਸੂਰਜ ਵੇਖਿਆ ਜਦ ਉਤਰੇ UK, ਕਿਰਨਾਂ ਦਾ ਰੰਗ ਕੇਸਰੀ ਮੱਥੇ ਨੂੰ ਛੂ ਕੇ, ਇੰਗਲਿਸ਼ ਬੋਲੀ ਮੁਲਕ ਨੂੰ ਇੰਗਲੈਂਡ ਆਖਦੇ, ਹੱਥ ਮਿਲਾਉਣੇ ਨੂੰ ਇਹ ਤਾਂ ਸ਼ੇਕ ਹੈਂਡ ਆਖਦੇ, ਤੇ ਜਿਸ ਨਾਲ ਹੱਥ ਮਿਲਾ ਲਿਆ ਉਹਨੂੰ ਲੈ ਗਏ ਧੂਕੇ, ਕਿਰਨਾਂ ਦਾ ਰੰਗ ਕੇਸਰੀ ਮੱਥੇ ਨੂੰ ਛੂ ਕੇ। ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਦੇਖੋ ਕਿੱਦਾਂ ਸਬੱਬੀ ਇਹਦੇ ਚ ਆਇਆ ਕਿ ਉਹਨਾਂ ਨੇ ਸੰਧੀ ਕੀਤੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਸਤਲੁਜ ਤੇ। ਅੱਜ ਵੀ ਡਲਹੌਜ਼ੀ ਦਾ ਉੱਥੇ ਬੋਰਡ ਲੱਗਾ ਹੋਇਆ, ਰੋਪੜ ਜੇ ਤੁਸੀਂ ਜਾਓਗੇ ਸਤਲੁਜ ਤੇ। ਸੋ ਉਹ ਐਸੇ ਬਰਤਾਨਵੀ ਸਰਜ਼ਮੀਨ ਤੇ ਆਏ, ਵਾਪਸ ਜਾ ਨਹੀਂ ਸਕੇ। ਉਸੇ ਟੂਰ ਦੇ ਦੌਰਾਨ ਥੇਮਸ ਨਦੀ ਦੇ ਉੱਤੇ ਜਿੱਥੇ ਕੋਹੀਨੂਰ ਪਿਆ, ਸਾਨੂੰ ਸਾਡੇ ਇੱਥੋਂ ਦੇ ਇੱਕ ਅਜ਼ੀਮ ਦੋਸਤ ਸੀਗੇ, ਉਹ ਮੈਨੂੰ ਲੈ ਕੇ ਗਏ ਉੱਥੇ ਟੂਰ ਤੇ, ਔਰ ਉਹਨਾਂ ਨੇ ਮੈਨੂੰ ਦਿਖਾਇਆ ਸਾਰਾ ਕੁਝ ਕਿ ਅੱਛਾ ਇਹ ਕੋਹੀਨੂਰ ਆ, ਏਦਾਂ ਇਹਦੀ ਹਿਸਟਰੀ ਆ। ਸੋ ਉਦੋਂ ਤੋਂ ਮੇਰਾ ਰਾਬਤਾ ਹੋਣਾ ਸ਼ੁਰੂ ਹੋ ਗਿਆ, ਕੁਝ ਫੈਸੀਨੇਸ਼ਨ ਸ਼ੁਰੂ ਹੋ ਗਈ। ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ, ਸਾਡੇ ਬਹੁਤ ਮੇਰੇ ਅਜ਼ੀਜ਼ ਦੋਸਤ ਨੇ ਪੀਟਰ ਬੈਂਸ ਸਾਹਿਬ, ਹਾਂਜੀ ਉਹਨਾਂ ਦੀ ਕਿਤਾਬ ਹੈ ਮਹਾਰਾਜਾ ਦਲੀਪ ਸਿੰਘ ਉੱਤੇ, ਬਹੁਤ ਸਾਰੀ ਕਲੈਕਸ਼ਨ ਉਹਨਾਂ ਨੇ ਘਰ ਰੱਖੀ ਹੋਈ ਹੈ। ਉਹਨਾਂ ਦੀ ਓਰੀਜਨਲ ਵੈਲਵਟ ਦੀ ਪਰਪਲ ਕਲਰ ਦੀ ਜੈਕਟ ਉਹਨਾਂ ਨੇ ਕਾਫੀ ਐਕਚੁਅਲੀ ਰਿਸਰਚ ਕੀਤੀ, ਹਰਮਿੰਦਰ ਸਿੰਘ ਰਾਣਾ ਹੋਣਾ ਨੇ ਮੈਨੂੰ ਉਹ ਕਿਤਾਬ ਦਿੱਤੀ, ਔਰ ਮੈਨੂੰ ਕਹਿੰਦੇ ਕਿ ਤੁਹਾਡੀ ਸੂਰਤ ਬੜੀ ਇਹਨਾਂ ਨਾਲ ਮਿਲਦੀ ਆ, ਤੁਸੀਂ ਕਿਤਾਬ ਲੈ ਜਾਓ ਘਰ। ਉਹ ਅੱਜ ਵੀ ਕਿਤਾਬ ਮੇਰੇ ਘਰ ਪਈ ਆ। ਸੋ ਉਸ ਤੋਂ ਪਹਿਲਾਂ ਮੈਂ ਇੱਕ ਗਾਣਾ ਲਿਖ ਚੁੱਕਾ ਸੀ, ਉਹ ਸੀਗਾ ਕਿ ਨਾ ਉਹਨੇ ਜਦੋਂ ਦਾ ਨਿਗਾਹਾਂ ਅੱਗੇ ਖੂਨ ਵੇਖਿਆ, ਉਹਦੇ ਚਿਹਰੇ ਤੇ ਨਹੀਂ ਮੁੜ ਕੇ ਸਕੂਨ ਵੇਖਿਆ। ਇਹ ਗਾਣਾ 2007 ਜਾਂ 8 ਦਾ ਹੋਊਗਾ, ਮੈਂ ਇੱਥੇ ਦੱਸ ਆਇਆ। ਪਰ ਜਿਹੜੇ ਮਹਾਰਾਜਾ ਦਲੀਪ ਸਿੰਘ ਦੇ ਮਾਮਾ ਸੀਗੇ ਜਵਾਹਰ ਸਿੰਘ,
ਉਹਨਾਂ ਦਾ ਕਤਲ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਸੀ। ਉਹਨਾਂ ਦੀ ਗਰਦਨ ਜਦੋਂ ਕੱਟੀ ਗਈ ਸੀ ਤਾਂ ਉਹਦੇ ਛਿੱਟੇ ਮਹਾਰਾਜਾ ਦਲੀਪ ਸਿੰਘ ਦੇ ਚਿਹਰੇ ਤੇ ਪਏ ਸੀ। ਸੋ ਇੱਕ ਬੱਚੇ ਦੇ ਸਾਹਮਣੇ ਜਦੋਂ ਕਤਲ ਹੁੰਦਾ ਤੇ ਉਹ ਸਾਰੀ ਜ਼ਿੰਦਗੀ ਮੇਰੇ ਖਿਆਲ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ ਸਕਦਾ। ਪਰ ਇਹ ਗੱਲ ਮੈਨੂੰ ਪਤਾ ਨਹੀਂ ਸੀ, ਪਰ ਇਹ ਗਾਣਾ ਮੈਂ ਮਾਲੂਮ ਮੈਂ ਕਿਉਂ ਲਿਖਿਆ ਕਿ ਉਹਨੇ ਜਦੋਂ ਦਾ ਨਿਗਾਹਾਂ ਅੱਗੇ ਖੂਨ ਵੇਖਿਆ, ਉਹਦੇ ਚਿਹਰੇ ਤੇ ਨਹੀਂ ਮੁੜ ਕੇ ਸਕੂਨ ਵੇਖਿਆ। ਸ਼ੇਰ ਹੈ, ਹੋ ਸੱਚੇ ਰੱਬ ਤੋਂ ਲਿਖਾਏ ਖੋਰੇ ਕਿਹੋ ਜਿਹੇ ਲਿਖੇ, ਉਹਨੇ ਜ਼ਿੰਦਗੀ 'ਚ ਐਸੇ ਹਾਦਸੇ ਵੀ ਵੇਖੇ, ਜਿਵੇਂ ਆਖਰੀ ਮੁਗਲ ਨੇ ਰੰਗੂਨ ਵੇਖਿਆ, ਉਹਦੇ ਚਿਹਰੇ ਤੇ ਨਹੀਂ ਮੁੜ ਕੇ ਸਕੂਨ ਵੇਖਿਆ। ਆਖਰੀ ਬਾਦਸ਼ਾਹ ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ, ਜਿਨ੍ਹਾਂ ਨੂੰ ਰੰਗੂਨ ਦੇ ਵਿੱਚ ਬਰਤਾਨਵੀ ਸਰਕਾਰ ਦੁਆਰਾ ਕੈਦ ਕੀਤਾ ਗਿਆ ਸੀ, ਸਾਰੀ ਜ਼ਿੰਦਗੀ ਉਹਨਾਂ ਦੀ ਉੱਥੇ ਹੀ ਉਹ ਫੌਤ ਹੋ ਗਏ। ਔਰ ਮਹਾਰਾਜਾ ਦਲੀਪ ਸਿੰਘ ਤੁਸੀਂ ਦੇਖ ਲਓ ਕਿ ਇੱਕ ਵਾਰੀ ਹਿੰਦੁਸਤਾਨ ਤੋਂ ਐਸੇ ਆਏ, ਜਿੰਨੀ ਮਰਜ਼ੀ ਜੱਦੋ-ਜਹਿਦ ਨੇ ਕੀਤੀ। ਪੈਰਿਸ ਦੇ ਗ੍ਰੈਂਡ ਹੋਟਲ 'ਚ ਮੈਂ ਉੱਥੇ ਵੀ ਗਿਆ। ਪੈਰਿਸ 8 ਸੜਕ ਦੇ ਉੱਤੇ ਇੱਕ ਛੋਟਾ ਜਿਹਾ ਹੋਟਲ ਆ, ਉਹਦੇ ਇੱਕ ਕਮਰੇ 'ਚ ਕੱਲਿਆਂ ਉਹਨਾਂ ਦੀ ਜਾਨ ਨਿਕਲ ਗਈ। 2 ਦਿਨ ਤੱਕ ਉਹਨਾਂ ਦੀ ਅੱਖਾਂ ਬੰਦ ਕਰਨ ਲਈ ਕੋਈ ਨਹੀਂ ਸੀਗਾ। ਐਡੀ ਵੱਡੀ ਬਾਦਸ਼ਾਹਤ ਦਾ ਮਾਲਕ ਜਦੋਂ ਇੱਕ ਇਹੋ ਜਿਹੇ ਟ੍ਰੈਜਿਕ ਐਂਡ ਤੇ ਜਾਂਦਾ, ਸੋ ਦਿਲ ਪਸੀਜ ਜਾਂਦਾ। ਇਹੋ ਜਿਹੀਆਂ ਘਟਨਾਵਾਂ ਬਹੁਤ ਜ਼ਰੂਰੀ ਆ ਕਿ ਸਾਡੀ ਆਵਾਮ ਦੇ ਅੱਗੇ ਆਉਣ। ਸੋ ਅਸੀਂ ਇਹੀ ਕੋਸ਼ਿਸ਼ ਕੀਤੀ ਆ। ਦ ਬਲੈਕ ਪ੍ਰਿੰਸ ਬੇਸਿਕਲੀ ਜਿੱਦਾਂ ਨੇ ਕਿਹਾ ਕਿ ਕਿਉਂਕਿ ਹਾਲੀਵੁੱਡ ਦੀ ਫਿਲਮ ਆ, ਆਬਵੀਅਸਲੀ ਇੰਗਲਿਸ਼ 'ਚ ਆ, ਪਰ ਉਸ 'ਚ ਕੁਝ ਕੁ ਡਾਇਲੋਗ ਮਹਾਰਾਣੀ ਜਿੰਦ ਕੌਰ ਕਿਉਂਕਿ ਇੰਗਲਿਸ਼ ਨਹੀਂ ਸੀ ਬੋਲਦੇ, ਸੋ ਉਹਨਾਂ ਨੂੰ ਟਰੂ ਸਟੋਰੀ ਰੱਖਣੀ ਪੈਣੀ ਸੀ। ਸ਼ਬਾਨਾ ਜੀ ਨਾਲ ਮੇਰੇ ਡਾਇਲੋਗਸ ਪੰਜਾਬੀ ਨੇ, ਬਟ 5 ਜਾਂ 7 ਜਾਂ 10% ਜ਼ਿਆਦਾ ਤੋਂ ਜ਼ਿਆਦਾ ਹੋਣਗੇ। ਉਹਦੀ ਵੀ ਨਾਲ ਦੀ ਨਾਲ ਉਹਨਾਂ ਨੇ ਕੀ ਸਬਟਾਈਟਲਸ ਦੇ ਕੇ ਉਹਨਾਂ ਨੇ ਚਲਾਉਣਾ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਮਾਦਰੀ ਜ਼ੁਬਾਨ ਪੰਜਾਬੀ ਦੇ ਵਿੱਚ ਜਾਂ ਉਰਦੂ ਦੇ ਵਿੱਚ, ਕਿਉਂਕਿ ਲਾਹੌਰ ਦਾ ਜ਼ਮਾਨਾ ਸੀ ਉਦੋਂ, ਉਰਦੂ ਜ਼ੁਬਾਨ ਜਾਂ ਫਾਰਸੀ ਜ਼ੁਬਾਨ ਉਦੋਂ ਦੀ ਦਰਬਾਰੀ ਜ਼ੁਬਾਨ ਸੀ, ਉਹਦੇ ਵਿੱਚੋਂ ਤਰਜਮਾ ਕਰਕੇ ਜਾਂ ਡਬ ਕਰਕੇ ਜ਼ਰੂਰ ਰਿਲੀਜ਼ ਕਰਨਗੇ। ਪਰ ਤੁਸੀਂ ਸਾਰੇ ਜਿਹੜੇ ਇੱਥੇ ਬੈਠੇ ਹੋ, ਜਿਨ੍ਹਾਂ ਦੇ ਪਰਿਵਾਰ, ਜਿਨ੍ਹਾਂ ਦੇ ਦੋਸਤ, ਅੱਗੇ ਜ਼ਰੂਰ ਦੱਸਿਓ ਕਿ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਕੋਈ ਛੋਟਾ ਮੋਟਾ ਕਿਰਦਾਰ ਨਹੀਂ ਸੀ। ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੀ ਘਟਨਾ ਆ। ਸੋ ਸਾਨੂੰ ਉਹਨਾਂ ਦੇ ਕਰਜ਼ਦਾਰ ਹੋਣਾ ਚਾਹੀਦਾ। Thank you and good luck. Best of luck. Best of luck. Thank you. Okay, let's have another question. Sorry, we got. ਸਤਿ ਸ੍ਰੀ ਅਕਾਲ ਮੇਰੇ ਛੋਟੇ ਵੀਰ ਜੀ। ਸਤਿ ਸ਼੍ਰੀ ਅਕਾਲ ਬੇਟੇ। ਮਾਫ ਕਰ ਦਿਓ, ਮੈਂ ਤੁਹਾਨੂੰ ਵੀਰ ਕਹਿਤਾ। ਨੋ ਵਰੀਜ਼, ਵੀਰ ਤਾਂ ਬਹੁਤ ਖੂਬਸੂਰਤ ਲਫ਼ਜ਼ ਹੈ। ਮੈਨੂੰ ਐਸਾ ਹੀ ਲੱਗਦਾ ਹੈਗਾ ਕਿ ਤੁਸੀਂ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੋ। ਵਾਹ ਜੀ ਵਾਹ। ਤੁਹਾਡੇ ਪਰਿਵਾਰ ਦੇ ਵਿੱਚ ਹਾਂਜੀ, ਤੁਹਾਨੂੰ ਸਭ ਤੋਂ ਜ਼ਿਆਦਾ ਇਨਸਪੀਰੇਸ਼ਨ ਕਿੱਥੋਂ ਮਿਲੀ ਜੀ? ਇੰਸਪੀਰੇਸ਼ਨ ਕਹਿ ਲਓ ਜਾਂ ਇੱਕ એનર્ਜੀ ਕਹਿ ਲਓ, ਪੋਜ਼ਿਟਿਵ એનર્ਜੀ। ਮੇਰੀ ਅੰਮੀ ਜਿਹਨੂੰ ਦੇਖ ਦੇਖ ਅਸੀਂ ਜਿਉਂਦੇ ਆ, ਕਿਉਂਕਿ ਦੁਨੀਆ ਤੇ ਸੁਖ ਸਬਰ ਸ਼ਾਂਤੀ ਤਾਏ, ਕਿਉਂਕਿ ਸਭਨਾ ਕੋਲ ਅਮੁੱਲੀ ਮਾਏ, ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ, ਦੁੱਖ ਸਾਡੇ ਲੇਖਾਂ ਦੇ ਜਲਦੀ ਅੰਮੀ, ਵਿਹੜੇ ਵਿੱਚ ਬੈਠੀ ਦਾ ਕਾਲਜਾ ਡੋਲੇ, ਸਾਨੂੰ ਨਾ ਕੁਝ ਹੋ ਜੇ ਡਰਦੀ ਅੰਮੀ। ਸੋ ਮੇਰਾ ਗੀਤ ਵੀ ਇਸੇ ਕਰਕੇ ਮਾਵਾਂ ਨੂੰ ਤਾਂ ਹਮੇਸ਼ਾ ਇਹੀ ਚਾਹ ਹੁੰਦੀ ਆ ਕਿ ਅੰਮੀ ਨੂੰ ਵਿਚਾਰੀ ਨੂੰ ਤਾਂ ਕੋਈ ਫਿਕਰ ਰਹਿੰਦਾ, ਲਾਲ ਮੇਰੇ ਚੰਗੀ ਤਰ੍ਹਾਂ ਸੋਏ ਕਿ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ, ਉਹ ਤੁਸੀਂ ਵੀ ਯਾਦਾਂ 'ਚ ਕਦੀ ਰੋਏ ਕਿ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ, ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ, ਉਹ ਸੁਪਨੇ ਉਹ ਪੂਰੇ ਦਸੀ ਹੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ, ਆਯੂ ਕੇ ਸਾਡੇ ਪੈਰਾਂ ਤੇ ਖਲੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ। ਹੁਣ ਤੁਹਾਡੀ ਵਾਰੀ ਜੀ, ਹੁਣ ਆਪਣੇ ਕੁਐਸਚਨ ਤੁਸੀਂ ਪੁੱਛੋ। ਸਤਿ ਸ਼੍ਰੀ ਅਕਾਲ ਸਰਤਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਵੈਲਕਮ ਕਹਿੰਦੇ ਹਾਂ ਜੁਕੇ ਦੀ ਧਰਤੀ ਤੇ। ਮਿਹਰਬਾਨੀ। ਤੇ ਸਰਤਾਜ ਜੀ, ਮੈਂ ਜਿਵੇਂ ਸਾਰੇ ਕਹਿੰਦੇ ਕਿ ਸੂਫੀ ਕਵੀ, ਸੂਫੀ ਗਾਇਕੀ, ਤੇ ਮੈਂ ਪੁੱਛਣਾ ਚਾਹਾਂਗੀ ਕਿ ਐਕਚੁਅਲੀ ਸੂਫੀਜ਼ਮ ਹੈ ਕੀ? ਸ਼ੁਕਰੀਆ। ਦੇਖੋ ਜੀ, ਜਿਸ ਦਿਨ ਮੈਨੂੰ ਵੀ ਇਹ ਸਮਝ ਲੱਗ ਗਿਆ, ਫਿਰ ਮੈਨੂੰ ਵੀ ਲੱਗਣਾ ਇਨਲਾਈਟਨ ਹੋ ਗਏ ਹਾਂ। ਮੇਰੀ ਡਾਕਟਰੇਟ ਬੇਸ਼ੱਕ ਸੂਫੀ ਤੇ ਆ, ਪਰ ਦਰਅਸਲ ਸੂਫੀ ਹੋਣਾ ਇੱਕ ਵੱਖਰੀ ਚੀਜ਼ ਹੈ। ਸੋ ਮੇਰਾ ਇੱਕ ਗੀਤ ਆ, ਮੈਂ ਉਹਨਾਂ ਤੁਹਾਨੂੰ ਜਵਾਬ ਦਿੰਦਾ ਕਿ ਅੱਜ ਸੂਫੀ 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 ਸਾਰੇ ਪਾਈ ਜਾਂਦੇ ਰੌਲਾ, ਕੋਈ ਸੂਫੀ ਦੀ ਡੂੰਘਾਈ ਨੂੰ
ਤੂੰ ਨੀ ਮਾਪਦਾ। ਮੈਂ ਕੀ ਜਾਣਦਾ ਤਰੀਕਤਾਂ ਹਕੀਕਤਾਂ ਫਕੀਰੀ, ਮੈਨੂੰ ਪਤਾ ਨੀ ਜੀ ਹਾਲੇ ਖੁਦ ਆਪ ਦਾ। ਸੂਫੀ ਸਫ ਤੋਂ ਬਣੇ ਨੇ ਜਾਂ ਕਿ ਸੂਫ ਨੇ ਬਣਾਏ, ਕਿਹੜੇ ਮੁਲਕਾਂ ਤੋਂ ਇਹੋ ਜਿਹਾ ਫਲਸਫਾ ਲਿਆਏ, ਕਿਵੇਂ ਇਸ਼ਕੇ ਚ ਨੱਚੇ ਕਿਵੇਂ ਇਸ਼ਕੇ ਚ ਗਾਏ, ਕਿਹੜੀ ਸੁਰ ਹੈ ਇਲਾਹੀ ਉਹ ਅਲਾਪ ਦਾ। कोई शिबली जुनैद, कोई है मौलाना रूम, कोई अली हजवेरी, दाता गंज मखदूम, जरा असली शराबां दे सरूर विच झूम, लैला आसरा बुल्ले दी थैया थापदा। मैं की जानदा तरीकतां हकीकतां फकीरी, मैनू पता नहीं जी हाले खुद आपदा। लास्ट शेर है कि गल सुन सरताज, आपे ही लकब बनाया। लकब हुंदा सिडोनियम, अपने आप नू आप ही रुतबा दे रहना। मैं अपने आप नू आप ही सरताज कह लिया। गल सुन सरताज, आपे लकब बनाया, मजा फेर सी जे हुंदा किसे पीर तो लियाया। ये तू जो भी कुछ लिखिया ते जो भी कुछ गाया, यही कर दूं नवेड़ा पुन पाप दा। मैं की जानदा तरीकतां हकीकतां फकीरी, मैनू पता नहीं जी हाले खुद आपदा। अज सूफी 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 सारे पाई जांदे रौला, कोई सूफी दी डुगाई नू नहीं मापदा। मैं समझदा कि सूफी गा लेना कोई ज्यादा वड्डी गल नहीं है, सूफी हो जाना ज्यादा वड्डी गल है। सो जिस दिन मैनू दरअसल पता लग गया कि सूफीज़म की है, फिलहाल मैं इन्हें समझदा कि मुहब्बत दा दूसरा नाम सूफी है। किसी दे दर्द नू अपना दर्द समझ के महसूस कर लेना सूफीज़म है। और इश्के मिजाजी तो इश्के हकीकी तक दा सफर कर लेना सूफीज़म है। जदों तैनूं महबूब दे विच मुर्शद ते मुर्शद दे विच खुदा नजर आउण लगे जी, वो सूफीज़म है। थैंक यू। ਪ੍ਰਵਿੰਦਰ ਜੀ, ਆਜ਼ਾਦ ਗਰੁੱਪ ਸਤਿ ਸ੍ਰੀ ਅਕਾਲ ਜੀ। ਬੜੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮੈਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਇੱਥੇ ਤਕਰੀਬਨ 50 ਸਾਲ ਹੋ ਗਏ ਆਇਆਂ ਨੂੰ। ਗਾਂ ਤੁਸੀਂ ਸਾਡੀ 50 ਸਾਲ ਦੇ ਹੈਗੇ ਆ? ਹਾਂਜੀ, ਦੇਖ ਓ ਲਓ। ਮਾਈ ਗॉड। ਬਹੁਤ ਛੋਟਾ ਸੀ ਬਜਟ। ਲੇਕਿਨ ਅੱਜ ਕੱਲ ਸਾਡੀ ਦੂਜੀ ਤੀਜੀ ਪੀੜ੍ਹੀ ਵੀ ਇੱਥੇ ਹੈਗੀ ਹੈ ਜਿਨ੍ਹਾਂ ਨੇ ਪੰਜਾਬੀ ਬਿਲਕੁਲ ਨਹੀਂ ਸਿੱਖੀ ਇੰਡੀਆ ਵਿੱਚ। ਉਹ ਵੀ ਤੁਹਾਡੇ ਗੀਤ ਤੁਹਾਡੇ ਸ਼ਾਇਰੀ ਸੁਣਦੀ ਹੈ ਨਾ। ਤੁਹਾਡਾ ਕੀ ਜਾਣੀ ਕਿ ਖਿਆਲ ਹੈ ਵੀ ਇੱਥੇ ਯੂਕੇ ਬਾਹਰ ਕੰਟਰੀ ਦੇ ਵਿੱਚ ਆ ਕੇ ਕਦੇ ਪੰਜਾਬੀ ਪੜ੍ਹੇ ਨਹੀਂ ਉਹ, ਤੇ ਫਿਰ ਵੀ ਉਹ ਤੁਹਾਡੇ ਗੀਤ ਸੁਣਦੇ, ਤੁਹਾਡਾ ਕੀ? ਅੱਛਾ ਜੀ, ਇੱਕ ਤਾਂ ਜ਼ੋਰਦਾਰ ਤਾੜੀਆਂ ਇਸ ਗੱਲ ਤੇ ਮਾਰ ਦਿਓ। ਥੈਂਕ ਯੂ ਸੋ ਮਚ। ਜਿਹੜੇ ਬੱਚੇ ਇੱਥੇ ਪੈਦਾ ਹੋ ਕੇ, ਇੱਥੇ ਬੌਰਨ ਬ੍ਰੌਟ ਅਪ ਹੋ ਕੇ ਵੀ ਸਾਡੇ ਗਾਣੇ ਸੁਣਦੇ ਆ, ਇਸ ਤੋਂ ਵੱਡੀ ਖੁਸ਼ਨਸੀਬੀ ਮੇਰੇ ਵਰਗੇ ਫਨਕਾਰ ਦੀ ਕੀ ਹੋ ਸਕਦੀ ਹੈ। ਪਹਿਲੀ ਗੱਲ, ਇਹ ਗੱਲ ਮੈਨੂੰ ਛੋਟੀ ਜਿਹੀ ਉਦੋਂ ਪਤਾ ਲੱਗ ਗਈ ਸੀ ਜਦੋਂ ਪਹਿਲੀ ਵਾਰੀ ਅਸੀਂ ਲੰਡਨ ਵਿੱਚ ਅਪੋਲੋ 'ਚ ਸਾਡਾ ਕਨਸਰਟ ਸੀਗਾ, ਤੇ ਸਾਡੇ ਇੱਕ ਅਜ਼ੀਜ਼ ਦੋਸਤ ਸੀਗੇ ਉਦੋਂ, ਉਹ ਰਿਸਰਚ ਕਰ ਰਹੇ ਸੀਗੇ ਮੈਨਚੈਸਟਰ ਯੂਨੀਵਰਸਿਟੀ ਦੇ ਵਿੱਚ ਸਪਿਰਿਚੁਅਲ ਸਾਇੰਸ ਡਿਪਾਰਟਮੈਂਟ ਦੇ ਵਿੱਚ। ਹਡਸਫੀਲਡ ਤੋਂ ਸਨ। ਹਾਂਜੀ ਹਾਂਜੀ ਹਾਂਜੀ। ਸੋ ਉਹ ਇੱਕ ਕਪਲ ਸੀ ਔਰ ਉਹਨਾਂ ਨੇ ਬਾਅਦ ਚ ਮੇਰੇ ਤੇ ਇੱਕ ਕਿਤਾਬ ਵੀ ਲਿਖੀ, ਸਾਈ ਸਪਿਰਿਚੁਅਲ ਜਰਨੀ। ਜੇ ਤੁਹਾਡੇ ਕੋਲ ਸ਼ਾਇਦ ਕਾਹਦੇ ਤੇ ਹੁੰਦੀਆਂ ਕਿਤਾਬਾਂ, ਇੱਕ ਸਾਈਟ ਆ ਈ ਬੁੱਕਸ ਵਗੈਰਾ ਤੁਸੀਂ ਲੈ ਸਕਦੇ Amazon ਤੋਂ। Amazon ਆਪਾਂ ਐਡਵਰਟਾਈਜ਼ ਨਹੀਂ ਕਰਨਾ ਪੜਾ। ਉਹਦੇ ਤੇ ਮਿਲ ਜਾਂਦੀ ਹੈ। ਵੈਸੇ ਮੇਰੇ ਕੋਲ ਘਰ ਪਈ ਆ, ਮੈਨੂੰ ਪਤਾ ਹੁੰਦਾ ਮੈਂ ਲੈ ਆਂਦਾ। ਬਟ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ, ਉਹਨਾਂ ਨੇ ਇਹੀ ਗੱਲ ਕਹੀ, ਕਹਿੰਦੇ ਕਿ 20 ਦਿਨ ਦਾ ਟੂਰ ਸੀ ਉਹ। ਮੈਂ 2 ਅਕਤੂਬਰ ਤੋਂ 22 ਅਕਤੂਬਰ ਤੱਕ ਯੂਕੇ ਰਿਹਾ, 6-7 ਸ਼ੋਅ ਸੀਗੇ। 22 ਦਿਨ 20 ਦਿਨ ਮੇਰੇ ਨਾਲ ਹੈ, 24 ਘੰਟੇ ਮੇਰੇ ਨਾਲ ਦਾ ਹੋਟਲ ਰੂਮ, ਮੈਨੂੰ ਘੁਮਾਉਣ ਲੈਣ ਜਾਣਾ ਉਹਨਾਂ ਨੇ, ਸ਼ਾਮ ਨੂੰ ਮੇਰੇ ਰੂਮ 'ਚ ਬੈਠਣਾ। ਉਹ ਜਸਟ ਮੇਰੇ ਤੇ ਰਿਸਰਚ ਕਰਦੇ ਸੀ ਕਿ ਅੱਛਾ ਇਹ ਬੰਦਾ ਦਰਅਸਲ ਹੈ ਕੀ, ਇਹਦੇ 'ਚ ਕੋਈ ਮਤਲਬ ਕਿ ਐਨਲਾਈਟਨਮੈਂਟ ਦੀ ਛਿਣ ਹੈਗੀ ਆ, ਕੁਝ ਚੱਕਰ ਆ, ਕਿਉਂਕਿ ਉਹ ਸਪਿਰਿਚੁਅਲਿਟੀ ਡਿਪਾਰਟਮੈਂਟ ਦੇ ਡਾਕਟਰੇਟ ਕਰ ਰਹੇ ਸੀਗੇ। ਸੋ ਉਹਨਾਂ ਨੇ ਰਿਸਰਚ ਕਰਨੀ ਸੀ। ਉਹਨਾਂ ਦੀ ਵਜ੍ਹਾ ਕੀ ਸੀ ਰਿਸਰਚ ਕਰਨ ਦੀ? ਉਹਨਾਂ ਨੇ ਦੇਖਿਆ ਕਿ ਜਿੱਦਾਂ ਤੁਸੀਂ ਕਿਹਾ, ਜਿਹੜੇ ਯੂਕੇ ਦੇ 8-8 10-10 ਜਾਂ 6-6 ਸਾਲ ਦੇ ਬੱਚੇ ਆ, ਉਹ ਕਨਸਰਟ 'ਚ ਆਏ ਆ, ਨਾ ਉਹ ਸੌਂ ਰਹੇ ਆ, ਨਾ ਰੌਲਾ ਪਾ ਰਹੇ ਆ, ਨਾ ਉਹਨਾਂ ਨੂੰ ਭੁੱਖ ਲੱਗ ਰਹੀ ਆ, ਉਹ ਬੈਠੇ ਸੁਣ ਰਹੇ ਆ। ਉਹ ਕਹਿੰਦੇ ਦੇयर इज ਸਮਥਿੰਗ ਐਲਸ, ਮਤਲਬ ਕਿ 뮤직 ਜਾਂ ਪੋਇਟਰੀ ਤੋਂ ਇਲਾਵਾ ਕੋਈ ਹੋਰ ਅਸੈਂਸ ਜਾਂ ਔਰਾ ਹੈਗਾ ਜਿਹੜਾ ਵਰਕ ਕਰ ਰਿਹਾ। ਉਹਨਾਂ ਨੂੰ ਇਹ ਲੱਗਿਆ। ਸੋ ਇਸ ਕਰਕੇ ਉਹਨਾਂ ਨੇ ਮੇਰੇ ਤੇ, ਫਿਰ ਮੈਨੂੰ ਉਹਨਾਂ ਨੇ ਪੁੱਛਣਾ ਤੁਹਾਡਾ ਗਾਣ ਨੂੰ ਜੀ ਕਰਦਾ? ਜਿੱਦਾਂ ਹੁਣ ਮੇਰਾ ਵਾਕਈ ਜੀ ਕਰ ਰਿਹਾ, ਮੈਂ ਗਾਈ ਜਾ ਰਿਹਾ। ਜੇ ਤੁਸੀਂ ਮੈਨੂੰ ਕਹੋ ਉਹ ਗਾਣਾ ਸੁਣਾ ਦੋ, ਮੈਂ ਕਹੂੰਗਾ ਬਾਅਦ 'ਚ ਗਾਣੇ ਆ, ਹਨਾ। ਸੋ ਇਹ ਇੱਕ ਫਨਕਾਰ ਦੀ ਆਪਣੀ ਫਿਤਰਤ ਹੁੰਦੀ ਆ। ਜਦੋਂ ਮੈਂ ਕਹਿਣਾ ਕਿ ਹਾਂ ਮੇਰਾ ਜੀ ਕਰ ਰਿਹਾ, ਉਹਨਾਂ ਨੇ ਕਹਿਣਾ ਗਾਓ। ਕਿਹੜਾ ਗਾਣਾ ਜੀ ਕਰ ਰਿਹਾ? ਮੈਂ ਕਹਿਣਾ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ, ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ, ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ। ਸ਼ੋਹਰਤ, ਇੱਜ਼ਤ, ਇਲਮ, ਅਮੀਰੀ, ਤਾਕਤਾਂ, ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਜਾਂਦੇ, ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਏ, ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ। ਸੋ ਉਹਨਾਂ ਨੇ ਫਿਰ ਮੇਰਾ ਦੇਖਣਾ, ਜਿਹਨੂੰ ਤੁਸੀਂ ਔਰਾ ਕਹਿੰਦੇ ਆ,
ਹਾਂ ਉਹ ਔਰਾ ਚੈੱਕ ਕਰਦੇ ਸੀ, ਕਹਿੰਦੇ ਅੱਛਾ ਹੁਣ ਤੁਹਾਡਾ ਔਰੇ ਦਾ ਕਲਰ ਪਰਪਲ ਹੋ ਗਿਆ, ਹੁਣ ਤੁਹਾਡੇ ਔਰੇ ਦਾ ਕਲਰ ਔਰੇਂਜ ਹੋ ਗਿਆ, ਹੁਣ ਇਹ ਬਲੂ ਆ, ਹੁਣ ਇਹ 골ਡਨ ਆ, ਹੁਣ ਮੈਨੂੰ ਨਹੀਂ ਸੀ ਪਤਾ ਲੱਗਦਾ ਉਹ ਕਿਹੜੀਆਂ ਗੱਲਾਂ ਕਰ ਰਹੇ ਆ। ਤੇ ਪਰ ਮੈਂ ਕਿਹਾ ਚਲੋ ਕਰੀ ਜੋ, ਮੇਰਾ ਕਿਹੜਾ ਕੁਝ ਕਰਦਾ। ਬਟ ਉਹਨਾਂ ਨੇ ਕਾਫੀ ਕੁਝ ਸਰਚ ਕੀਤਾ। ਫਿਰ ਲਾਸਟ ਡੇ ਜਦੋਂ ਮੈਨੂੰ 에어ਪੋਰਟ ਛੱਡਣ ਆਏ, ਉਹ ਕਹਿੰਦੇ ਤੁਹਾਨੂੰ ਇੱਕ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਯੁੱਗ ਹੁੰਦੇ ਆ, ਸਤਯੁਗ, ਤ੍ਰੇਤਾ ਯੁਗ, ਦੁਆਪਰ ਯੁਗ, ਕਲਯੁਗ। ਸੋ ਕਹਿੰਦੇ ਜਦੋਂ ਸਤਯੁਗ ਸੀ ਉਦੋਂ ਸਤਯੁਗੀ ਪੁਰਖ ਆਏ, ਸਾਧੂ ਆਏ, ਫਕੀਰ ਆਏ, ਗੁਰੂ ਆਏ, ਜੀਸਸ ਆਏ, ਬੁੱਧ ਆਏ। ਪਰ ਕਹਿੰਦੇ ਜਿਹੜਾ ਇਹ ਦੌਰ ਆ ਦੁਨੀਆ ਦਾ, ਯੂਨੀਵਰਸ ਦਾ, ਇਹਦੇ ਵਿੱਚ ਇਦਾਂ ਨਹੀਂ ਹੋਣਾ ਕਦੀ ਵੀ ਕੋਈ ਫਕੀਰ ਬਣੂਗਾ, ਕੋਈ ਸੇਂਟ ਆਊਗਾ। ਇਹਦੇ ਚ ਜਸਟ ਜਨਰਲ ਬੰਦੇ ਇਨਲਾਈਟਨ ਹੋ ਸਕਦੇ, ਕੋਈ ਦੁਕਾਨਦਾਰ, ਕੋਈ ਸਟੂਡੈਂਟ, ਕੋਈ ਕੁਝ। ਉਹ ਕਹਿੰਦੇ ਤੁਹਾਡੇ ਚ ਕਾਫੀ ਪੋਸਿਬਿਲਿਟੀ ਹੈ ਇਨਲਾਈਟਨ ਹੋਣ ਦੀ, ਸੋ ਤੁਸੀਂ ਮੈਡੀਟੇਸ਼ਨ ਕਰਿਆ ਕਰੋ। ਕਿਆ ਬਾਤ। ਤੇ ਮੈਂ ਤੇ ਡਰ ਗਿਆ। ਮੈਨੂੰ ਇਹ ਪਤਾ ਸੀਗਾ ਕਿ ਜਿਹੜੇ ਬੰਦੇ ਇਨਲਾਈਟਨ ਹੋ ਜਾਂਦੇ ਉਹ ਤਾਂ ਦੁਨੀਆ ਛੱਡ ਦਿੰਦੇ ਆ, ਮੇਰਾ ਤਾਂ ਸ਼ੋਅ ਵਾਲਾ ਕੰਮ ਹੀ ਖਤਮ ਹੋ ਜਾਣਾ। ਸੋ ਤੁਸੀਂ ਮੰਨਣਾ ਨਹੀਂ, ਉਸ ਤੋਂ ਬਾਅਦ ਮੈਂ ਇੱਕ ਗਾਣਾ ਲਿਖਿਆ ਸੁਖੀ। ਅੱਛਾ ਜੀ। ਉਹ ਕੀ ਆ? ਇਹ ਤਲਬ ਅਨੋਖੀ ਇਸ਼ਕੇ ਦੀ, ਨਾਲੇ ਮਰਦਾ ਹਾਂ ਨਾਲੇ ਜਰਦਾ ਹਾਂ। ਖੋਰੇ ਮੈਂ ਕਿਹਾ ਨਸ਼ੇੜੀਆਂ ਜੋ ਨਸ਼ਾ ਕਰਨ ਤੋਂ ਡਰਦਾ ਹਾਂ। ਮੈਂ ਸੁਣਿਆ ਰੱਬ ਵੀ ਨਸ਼ੇ ਜਿਹਾ, ਪਰ ਕੀ ਕਹੀਏ ਕਦੀ ਤੱਕਿਆ ਨਹੀਂ। ਹਾਲੇ ਤਾਂ ਸੱਜਣ ਦੀਆਂ ਅੱਖੀਆਂ ਦੇ ਵੀ ਕਾਬਿਲ ਹੋ ਸਕਿਆ ਨਹੀਂ। ਹੋ ਕਦੀ ਲੱਗਦਾ ਰੱਬ ਤੇ ਸੱਜਣਾ ਚ, ਕਦੀ ਲੱਗਦਾ ਰੱਬ ਤੇ ਸੱਜਣਾ ਚ, ਜਿਵੇਂ ਆਪ ਹੀ ਮੈਂ ਇੱਕ ਪਰਦਾ ਹਾਂ। ਖੋਰੇ ਮੈਂ ਕਿਹਾ ਨਸ਼ੇੜੀਆਂ ਜੋ ਨਸ਼ਾ ਕਰਨ ਤੋਂ ਡਰਦਾ ਹਾਂ। ਸੋ ਇਹ ਗੱਲਾਂ ਤੁਹਾਡੇ ਸਵਾਲ ਚੋਂ ਨਿਕਲੀਆਂ। ਰਿਕੁਐਸਟ ਹੈ, ਮੈਂ ਲੈਸਟਰ ਤੋਂ ਆਇਆ ਜੀ, ਮਾਈਕ ਥੋੜਾ ਸਾ ਕਲੋਜ਼ ਕਰ ਲਿਆ। ਲੈਸਟਰ ਤੋਂ ਆਇਆ ਤੇ ਪਿੱਛੋਂ ਅਸੀਂ ਕਸੂਰ ਤੇ ਆ। ਵਾਹ ਜੀ ਵਾਹ। ਬੁੱਲੇ ਸ਼ਾਹ ਸਰਕਾਰ ਦੀ ਹਾਂਜੀ, ਇੱਕ ਉਹਨਾਂ ਦਾ ਸ਼ੇਰ ਸੁਣਾ ਦਿਓ ਅਗਰ। ਬਾਬਾ ਬੁੱਲੇ ਸ਼ਾਹ ਸਾਹਿਬ ਦਾ ਜੀ ਸਰਕਾਰ ਦਾ। ਉਹ ਕਮਾਲ ਹੈ। ਮੈਂ ਬਾਬਾ ਬੁੱਲੇ ਸ਼ਾਹ ਸਾਹਿਬ ਦਾ ਨਹੀਂ ਸ਼ੇਰ ਸੁਣਾਵਾਂਗਾ, ਬਾਬਾ ਬੁੱਲੇ ਸ਼ਾਹ ਬਾਰੇ ਮੈਂ ਜੋ ਸੋਚਦਾ ਉਹ ਸ਼ੇਰ ਸੁਣਾਵਾਂਗਾ। ਸ਼ੁਕਰੀਆ। ਉਹ ਜ਼ਿਆਦਾ ਅਹਿਮੀਅਤ ਰੱਖਦਾ ਮੇਰੇ ਲਈ। ਗਲਤੀ ਹੋ ਗਈ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ ਜੀ, ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਝਾੜਦੇ। ਕੀ ਕੋਈ ਬੈਠ ਸੁਣਾਵੇ ਆਲਿਮ ਫਾਜ਼ਿਲ ਲੋਕਾਂ ਨੂੰ, ਕੀ ਕਰੀਏ ਉੱਚੀਆਂ ਸੋਚਾਂ ਵਾਲੇ ਪੜ ਕਾਗਜ਼ ਨੂੰ ਪਾੜਦੇ। ਬੁੱਲਾ ਖੁਦ ਕਹਿੰਦਾ ਏ ਚੁੱਲਾ ਮੈਥੋਂ ਚੰਗਾ ਏ, ਬੁੱਲੇ ਨਾਲੋਂ ਚੁੱਲਾ ਚੰਗਾ ਜਿਸ ਪਰ ਤਾਮ ਪਕਾਈਦਾ। ਬੁੱਲਾ ਖੁਦ ਕਹਿੰਦਾ ਏ ਚੁੱਲਾ ਮੈਥੋਂ ਚੰਗਾ ਏ, ਪਰ ਮੈਂ ਡੁੱਲਾ ਉਹਦਾ ਇਲਮ ਹਕਾਨੀ ਜਾਣ ਕੇ। ਉਹ ਅਬਦੁੱਲਾ ਪੁੱਤ ਮੁਹੰਮਦ ਜੀ ਦਰਵੇਸ਼ ਦਾ, ਮੈਂ ਸਦਕੇ ਜੀ ਨੇ ਡੇਰਾ ਲਾਇਆ ਵਿੱਚ ਕਸੂਰੀ ਆਣ ਕੇ। ਹਾਂਜੀ ਸਰ, ਸਭ ਤੋਂ ਪਹਿਲੇ ਮੈਂ ਤੁਹਾਨੂੰ ਸਰਤਾਜ ਜੀ ਖੁਸ਼ ਆਮਦੀਦ ਕਹਿਣਾ, ਔਰ ਬਹੁਤ ਖੁਸ਼ੀ ਹੁੰਦੀ ਹੈ ਜਿਸ ਵਕਤ ਵੀ ਤੁਸੀਂ ਇੱਥੇ ਆਉਂਦੇ ਹੋ, ਕਿਉਂਕਿ ਬਹੁਤ ਜ਼ਿਆਦਾ ਚੀਜ਼ਾਂ ਤੁਸੀਂ ਸਾਥ ਲੈ ਕੇ ਆਉਂਦੇ ਹੋ। ਜਿਸ ਤਰ੍ਹਾਂ ਆਪਣਾ ਇੱਕ ਕਲਚਰ ਹੈ, ਜ਼ਬਾਨ ਹੈ, ਲਿਬਾਸ ਹੈ, ਇਹ ਲਿਸਟ ਬਹੁਤ ਲੰਬੀ ਹੈ। ਲੇਕਿਨ ਕਸੂਰ ਤੋਂ ਥੋੜਾ ਜਿਹਾ ਅੱਗੇ ਅਸੀਂ ਚੱਲੀਏ ਲਾਹੌਰ ਦੀ ਤਰਫ। ਅੱਛਾ ਜੀ। ਤੁਹਾਨੂੰ ਉੱਥੇ ਲੱਖਾਂ ਚਾਹਣੇ ਵਾਲੇ ਨੇ। ਮੇਰੀ ਖੁਆਇਸ਼ ਹੈ ਕਿ ਇੱਕ ਦਿਨ ਉੱਥੇ ਇੱਕ ਪਾਰਕ ਹੈ ਜਿਸ ਦੇ ਪਿੱਛੇ ਬਾਦਸ਼ਾਹੀ ਮਸਜਿਦ ਵੀ ਹੈ ਔਰ ਇੱਕ ਗੁਰਦੁਆਰਾ ਵੀ ਹੈ। ਹਾਂਜੀ, ਉੱਥੇ ਹੋਵੇ ਤੁਹਾਡਾ ਪ੍ਰੋਗਰਾਮ ਔਰ ਲੱਖਾਂ ਦੀ ਮੌਜੂਦਗੀ ਤੇ ਆਵਾ। ਜ਼ੋਰਦਾਰ ਤਾੜੀਆਂ ਜੀ ਇਸ ਗੱਲ ਦੇ ਉੱਤੇ। ਐਕਚੁਅਲੀ ਇਹਨਾਂ ਦੇ ਤੁਹਾਡੇ ਸਵਾਲ ਜਵਾਬ ਆਈ ਥਿੰਕ ਤੁਹਾਡੀ ਦੇ ਦਿਲ ਦੇ ਵਿੱਚ ਵੀ ਇਹੀ ਆ ਕੁਝ ਕਿ ਤੁਸੀਂ ਉਸ ਪਾਰ ਜਾਣਾ ਚਾਹੁੰਦੇ ਹੋ। ਔਰ ਥੋੜਾ ਸਾ ਮੈਂ ਇੱਕ ਆਪਣੀ ਫੀਲਿੰਗ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇੰਡੀਪੈਂਡੈਂਸ ਦੇ ਬਾਅਦ ਤੁਹਾਨੂੰ ਪਤਾ ਹੈ ਇੱਕ ਸਰਹੱਦ ਹੈ ਹਾਂਜੀ ਪੰਜਾਬ ਦੇ ਵਿੱਚ ਜੀ, ਐਂਡ ਇਸ ਦਾ ਦੁੱਖ ਵੀ ਹੁੰਦਾ ਹੈ ਕਿ ਇੱਕ ਪੰਜਾਬ ਹੋਣਾ ਚਾਹੀਦਾ ਸੀ, ਔਰ ਹੈ ਵੀ ਹੈ ਲੇਕਿਨ ਨਹੀਂ ਵੀ ਹੈ, ਕਿਉਂਕਿ ਇੱਕ ਪੋਲੀਟੀਕਲ ਬਾਉਂਡਰੀ ਵੀ ਹੈ। ਤਾਂ ਆਪਣਾ ਕਲਚਰ ਤੁਸੀਂ ਬਹੁਤ ਅੱਛਾ ਜ਼ਿੰਦਾ ਰੱਖਿਆ ਹੈ। ਖੁਸ਼ੀ ਹੁੰਦੀ ਹੈ ਕਿ ਪੂਰੀ ਦੁਨੀਆ ਦੇ ਤੁਸੀਂ ਜਾਣਦੇ ਹੋ। ਅਸੀਂ ਜੋ ਪਾਕਿਸਤਾਨ ਸਾਈਡ ਵਾਲੇ ਹਾਂ, ਅਸੀਂ ਤੁਹਾਨੂੰ ਸੁਣਦੇ ਹਾਂ, ਬਹੁਤ ਅਪਰੀਸ਼ੀਏਟ ਕਰਦੇ ਹਾਂ। ਤਾਂ ਸਾਡੀ ਖੁਆਇਸ਼ ਹੈ ਕਿ ਤੁਸੀਂ ਪਾਕਿਸਤਾਨ ਦੀ ਸਾਈਡ ਪੰਜਾਬ ਤੇ ਵੀ ਆਓ ਔਰ ਤੁਹਾਡਾ ਵਧੀਆ ਅਸੀਂ ਵੈਲਕਮ ਵੀ ਕਰਾਂਗੇ, ਬਹੁਤ ਸ਼ਾਨ ਦੇ ਨਾਲ, ਔਰ ਬੜੀ ਖੁਸ਼ੀ ਹੋਵੇਗੀ। ਮਿਹਰਬਾਨੀ। ਇਹਨਾਂ ਨੇ ਜਿਹੜੀ ਗੱਲ ਕੀਤੀ ਉਹਦੇ ਲਈ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਨੇ, ਪਰ ਮੈਨੂੰ ਲੱਗਦਾ ਸਾਡਾ ਟਾਈਮ ਨਾ ਘਟ ਜੇ। ਮੈਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਖਤਮ ਕਰਾਂਗਾ। ਮੇਰੀ ਏਡੀ ਜ਼ਿਆਦਾ ਖੁਆਇਸ਼ ਆ
ਤੁਸੀਂ ਦੇਖੋ ਮੇਰੇ ਅਫਸਾਨਿਆਂ ਦਾ ਜ਼ਿਆਦਾਤਰ ਰਾਬਤਾ ਸਰਹੱਦ ਬਾਗੇ ਦੇ ਪਰਲੇ ਪਾਸੇ ਨਾਲ ਹੈ। ਜਦੋਂ ਮੈਂ ਕਹਿੰਦਾ 10 ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ, ਆਸੂਹੇ ਖਤ ਇਸ਼ਕੇ ਦੇ ਨਾਜ਼ਾਂ ਪੱਟੀਏ, ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ। ਫਿਰ ਮੈਂ ਕਹਿਣਾ ਹੋ ਇੱਕ ਦਿਲੀ ਤਮੰਨਾ ਸ਼ਾਇਰ ਦੀ, ਸਰਹੱਦ ਤੋਂ ਪਾਰ ਵੀ ਜਾਈਏ, ਜੋ ਧਰਤੀ ਏ ਨੁਸਰਤ ਸਾਂ ਵਰਗਿਆ ਫਨਕਾਰਾਂ ਦੀ, ਸਰਤਾਜ ਵੇ ਫੈਸਲਾਬਾਦ ਸੀਸ ਝੁਕਾਇਆ ਏ। ਹਾਲੇ ਤਾਂ ਬੜੀਆਂ ਬੰਦਸ਼ਾਂ ਨੇ, ਜਦ ਰਸਤਾ ਖੁੱਲੂ ਵੇਖਾਂਗੇ, ਜਾਂ ਆਇਓ ਜ਼ਰਾ ਲਵਾਇਓ ਇੱਥੇ ਸਾਡੀ ਚੀਜ਼ ਗਵਾਚੀ ਏ, ਇੱਕ ਮਿਸ਼ਰੀ ਦੀ ਡੜੀ ਡਿੱਗੀ ਤੇ ਨਾਲੇ ਛੋਟੀ ਲਾਚੀ ਏ, ਤੁਸੀਂ ਨਿਗਾਹ ਨੀਚੇ ਹੀ ਰੱਖਿਓ ਕਿਉਂਕਿ ਆਪਾਂ ਹਾਣੀ ਜੀ, ਸਾਡੇ ਖਾਬਾਂ ਦੇ ਵਿੱਚ ਵਗਦਾ ਚਾਂਦੀ ਰੰਗਾ ਪਾਣੀ ਜੀ, ਅੱਜ ਕੱਲ ਅਸੀਂ ਬਟਾਲੇ ਰਹਿੰਦੇ ਪਿੱਛਿਓਂ ਸ਼ਹਿਰ ਕਰਾਚੀ ਏ, ਆਇਓ ਜ਼ਰਾ ਲਵਾਇਓ ਇੱਥੇ ਸਾਡੀ ਚੀਜ਼ ਗਵਾ। ਸੋ ਮੈਂ ਤੁਹਾਨੂੰ ਇਹੋ ਜਿਹੇ 10-15 ਹੋਰ ਅਫਸਾਨੇ ਗਿਣਾ ਸਕਦਾ ਜਿਹਦੇ ਵਿੱਚ ਉਸ ਪੰਜਾਬ ਦਾ ਜ਼ਿਕਰ ਹੈ। ਸੋ ਉੱਥੋਂ ਮੈਨੂੰ ਇਹ ਜਿੱਦਾਂ ਕਹਿ ਲਓ ਕਿ ਗੱਲ ਬਣੀ ਕਿ ਪੈ ਗਿਆ ਕਿੰਨਾ ਗੈਪ, ਸਮਾਂ ਤਾਂ ਖਾ ਗਿਆ ਏ WhatsApp ਏ, ਪੈ ਗਿਆ ਕਿੰਨਾ ਗੈਪ, ਸਮਾਂ ਤਾਂ ਖਾ ਗਿਆ ਏ WhatsApp, ਚੈਟ ਕੋਈ ਆ ਗਈ ਵਿਦ ਸਨੈਪ, ਜਵਾਨੀ ਕਿੱਧਰ ਚੱਲੀ, ਆ ਕੁਝ ਸੈਲਫੀ ਖਿੱਚ ਫਸਾ ਲੈਣੀ, ਤੂੰ ਕੰਮ ਤੋਂ ਬਾਹਰ ਬੁਲਾ ਲੈਣੀ, ਆ ਕਿਹੜੇ ਕਮੀ ਲਾ ਲਿਆ ਆਪ ਲੁਕ ਬਹਿ ਗਈ ਕੱਲੀ, ਐਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ, ਸਾਰਾ ਦਿਨ ਹੀ ਫੋਨ ਨਾ ਆਸਾ ਪਾਸਾ ਵੇਖੇ, ਓਏ ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ, ਮਿੱਤਰਾ ਜ਼ਿੰਦਗੀ ਏ ਨਜ਼ਰਾਨਾ ਮਾਣ ਹਵਾਵਾਂ ਨੂੰ, ਤੂੰ ਜਿੱਧਰੋਂ ਖੁਸ਼ੀ ਭਾਲਦਾ ਏ ਤਾਂ ਨਿਰੇ ਭੁਲੇਖੇ, ਭੁਲੇਖੇ ਬਾਅਦ ਮੈਟਰੀਮੋਨੀਅਲ ਤੇ ਕੁੜੀਆਂ ਲੱਭਦਾ ਫਿਰੇਗਾ। ਸੋ ਸੌਰੀ ਇੱਕ ਗੱਲ ਹੋਰ ਆ ਇਹਦੇ ਵਿੱਚ, ਜਿਹੜਾ ਸਾਡੇ ਉਸ ਪੰਜਾਬ ਦੇ ਲਈ ਸਭ ਤੋਂ ਸਟਰੋਂਗ ਮੈਸੇਜ ਆ ਉਹ ਇਸ ਗਾਣੇ 'ਚ, ਇਸ ਫਿਲਮ ਦਾ ਸਭ ਤੋਂ ਸਟਰੋਂਗ ਮੈਸੇਜ ਇਸ ਗਾਣੇ 'ਚ ਆ। ਉਹ ਕੀ ਆ, ਕਿਉਂਕਿ ਸਾਡਾ ਦਿੱਲੀ ਇੱਕ ਦੋ ਮੁੰਡੇ ਆ ਸਾਡੇ ਮੈਨੇਜਰ ਕਹਿ ਲਓ, ਉਹ ਜਦੋਂ ਵੀ ਮੈਨੂੰ ਲੈ ਕੇ 에어ਪੋਰਟ ਤੋਂ ਜੇ ਕਿਤੇ ਜਾਊਗਾ, ਨਾਲ ਉਹਨੇ 2 ਫੋਨ ਫੜੇ ਹੁੰਦੇ ਆ, ਨਾਲੇ ਡਰਾਈਵ ਕਰੀ ਜਾਂਦਾ, ਕਿਸੇ ਨੂੰ ਮੈਸੇਜ ਕਰੀ ਜਾਂਦਾ, ਮੈਂ ਸਾਈਡ ਤੇ ਬੈਠਾ ਐ ਦੇਖੀ ਜਾਂਦਾ, ਤੇ ਮੈਂ ਕਿਹਾ ਆ ਨਹੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ, ਆ ਨਹੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ, ਓਏ ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ। ਤੁਸੀਂ ਜੇ ਪੰਜਾਬ ਜਾਓ ਉੱਥੇ ਟ੍ਰੈਫਿਕ ਪੁਲਿਸ ਦਾ ਨਾਮ ਹੀ ਮਾਮੇ ਪੈ ਗਿਆ, ਓਏ ਉੱਥੇ ਮਾਮੇ ਖੜੇ ਆ, ਚਲਾਨ ਕੱਟ ਹੋ ਜਾਊਗਾ, ਇੱਧਰ ਦੀ ਲੈ ਲਓ, ਆ ਨਹੀਂ ਚੱਲਣਾ ਨਾਲੇ ਚੈਟ ਤੇ ਨਾਲ ਡਰਾਈਵਰੀਆਂ, ਰੋਕਣ ਵਾਲਿਆਂ ਨੂੰ ਤੂੰ ਕਹਿੰਦਾ ਮਾਮੇ ਸਾਲੇ, ਓਏ ਤੇਰਾ ਛੜੇ ਛਾਂਟ ਦਾ ਕੀ ਏ ਆਪੇ ਭੁਗਤ ਲਵੀਂ, ਤੇਰਾ ਛੜੇ ਛਾਂਟ ਦਾ ਕੀ ਏ ਆਪੇ ਭੁਗਤ ਲਵੀਂ, ਪਰ ਇਹਨਾਂ ਸੜਕਾਂ ਤੋਂ ਹੀ ਜਾਂਦੇ ਬੱਚਿਆਂ ਵਾਲੇ ਵਾਲੇ, ਬੱਚਿਆਂ ਵਾਲੇ। ਥੈਂਕ ਯੂ। ਜਾਨੀ ਕਿ ਵੈਸੇ ਸਤਿੰਦਰ ਸਰਤਾਜ ਸੋਸ਼ਲ ਮੀਡੀਆ ਦੀ ਤੁਹਾਡੀ ਕੀ ਰਿਲੇਸ਼ਨਸ਼ਿਪ, ਬਿਲੀਵ ਕਰਦੇ ਹੋ? ਬਾਰੇ ਚੰਗੀ ਨਹੀਂ ਹੈਗੀ ਵੈਸੇ, ਮੈਂ ਤੁਹਾਨੂੰ ਦੱਸਾਂ, ਵੈਸੇ ਨੀਡ ਹੈ ਜ਼ਮਾਨੇ ਦੀ। ਸਾਡੀ ਜ਼ਿਆਦਾਤਰ ਟੀਮ ਹੀ ਆ ਉੱਥੇ ਕੈਲੀਫੋਰਨੀਆ, ਉਹੀ ਦੇਖ ਲੈਂਦੇ, ਕਈ ਵਾਰੀ ਮੈਨੂੰ ਕਹਿ ਦਿੰਦੇ ਆ ਕਿ ਅੱਛਾ ਤੁਸੀਂ ਆਹ ਕਰ ਦਿਓ, ਆਹ ਹਾਦਸਾ ਹੋ ਗਿਆ, ਏਦਾਂ ਲਿਖ ਦਿਓ, ਇਹ ਕਰ ਦਿਓ, ਮੈਂ ਕਰ ਦਿੰਦਾ, ਪਰ ਇੰਨੀ ਜ਼ਿਆਦਾ ਫੈਸੀਨੇਸ਼ਨ ਵੀ ਨਹੀਂ ਮੇਰੀ ਹੈਗੀ, ਇੰਨੀ ਜ਼ਿਆਦਾ ਸਾਡੀ ਸਟਰੋਂਗ ਫੈਨ ਫੋਲੋਇੰਗ ਵੀ ਨਹੀਂ ਤੁਸੀਂ ਕਹਿ ਸਕਦੇ ਹੈਗੀ, ਕਿਉਂਕਿ ਸਾਡੇ ਮਤਲਬ ਕਾਈਂਡ ਆਫ ਜੀ ਜੀ ਭਾਜੀ ਹੁਣੇ ਪਹਿਲੀ ਵਾਰੀ ਅਸੀਂ ਸੈਮਸੰਗ ਟੈਬਲੇਟ ਲੈ ਕੇ ਆਏ ਸੀਗੇ, ਉਹ ਸਾਡੇ ਦੋਨਾਂ ਤੋਂ ਨਹੀਂ ਚੱਲੀ, ਹਾਲੇ ਵੀ ਨਹੀਂ ਚੱਲਦਾ ਮੇਰੇ ਕੋਲ ਫੋਨ, ਬਸ ਫੋਨ ਸੁਣ ਲਈ ਹੈ ਸਾਡੇ। ਠੀਕ ਹੀ ਆ ਭਾਜੀ, ਵੈਰੀ ਗੁੱਡ, ਨਹੀਂ ਵੈਰੀ ਗੁੱਡ। ਐਕਚੁਅਲੀ ਫੈਨ ਫੋਲੋਇੰਗ ਦਾ ਨਾ ਫਿਕਰ ਕਰੋ, ਆਪਾਂ ਨੂੰ ਖਰੀਦਣ ਦੀ ਲੋੜ ਨਹੀਂ। ਜਿਹੜਾ ਆਪਾਂ ਲਾਸਟ ਟਾਈਮ ਕੀਤੇ ਸੀਗੇ ਆਡੀਅנס ਵਿਦ ਸਰਤਾਜ, ਆਈ ਥਿੰਕ ਵੀਵ ਹੈਡ ਅਬਾਊਟ 200,000 ਹਿੱਟਸ। ਹਾਂਜੀ ਪ੍ਰੋਪਰ, ਹਾਂਜੀ ਆਪਾਂ ਖਰੀਦਿਆ ਨਹੀਂ, ਮੈਂ ਤਾਂ ਪਜਾਮੀ ਮਸੀ ਖਰੀਦਣ ਜੋਗਾ ਮੈਂ ਹਾਂਜੀ ਨਹੀਂ, ਤੁਹਾਨੂੰ ਮੈਂ ਸੁੱਖੀ ਨੂੰ ਇੱਕ ਮੁਬਾਰਕ ਦੇਣਾ ਚਾਹੁੰਦਾ। ਮੈਂ ਜਿੱਥੇ ਵੀ ਦੁਨੀਆ ਤੇ ਗਿਆ, ਉਹਨਾਂ ਨੇ ਮੇਰੇ ਬਾਰੇ ਹੋਰ ਕੁਝ ਦੇਖਿਆ ਨਾ ਦੇਖਿਆ ਹੋਵੇ, ਉਹ ਕਹਿੰਦੇ ਜਿੱਥੇ ਤੁਸੀਂ ਪੀਲਾ ਕੁੜਤਾ ਤੇ ਲਾਲ ਪੱਗ ਬੰਨੀ ਹੋਈ ਆ, ਨਾਲ ਇੱਕ ਮੁੰਡਾ ਆ, ਉਹ ਤੁਹਾਡੀ ਸੀ ਇੰਟਰਵਿਊ ਦੇਖੀ, ਬਹੁਤ ਵਧੀਆ, ਤੇ ਤੁਹਾਨੂੰ ਦਾਦ ਹੈ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਹਾਂਜੀ, the last many years now, is there going to be ਮਾਈਕ ਥੋੜਾ ਜਿਹਾ ਫਰੰਟ ਤੇ ਕਰ ਦਿਓ। is there going to be any stage where you're going to say enough is enough,
No, I like to be just lead a life of Sufism. ਉਹਨਾਂ ਦਾ ਕਹਿਣ ਤੋਂ ਭਾਵ ਕਿ ਹੁਣ ਤੁਸੀਂ ਜੋ ਕਿ ਤੁਹਾਡੇ ਸੰਗੀਤ ਦਾ ਸਫ਼ਰ ਕਾਫੀ ਪਿਛਲੇ ਸਾਲਾਂ ਤੋਂ ਕਰ ਰਹੇ ਹਾਂਜੀ। ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਇਹ ਵੀ ਟਾਈਮ ਆਵੇਗਾ ਜਦੋਂ ਤੁਸੀਂ ਕਹੋਗੇ ਕਿ ਬਸ ਹੁਣ ਮੈਂ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ, ਯਾਨੀ ਕਿ ਵਿਦਆਊਟ ਦੀ ਆਡੀਅנס? ਵਾਹ ਜੀ ਵਾਹ, ਇਹ ਬੜਾ ਸਾਈਕੋਲੋਜੀਕਲ ਕੁਐਸਚਨ ਕੀਤਾ ਜੀ ਤੁਸੀਂ। ਬੰਦੇ ਡੇਂਜਰਸ ਹੈ ਜੀ। Honestly ਮੈਨੂੰ ਵਾਕਈ ਲੱਗਦਾ ਜੀ ਜਿੱਦਾਂ ਮਤਲਬ ਮੈਨੂੰ ਇੱਥੇ ਕਿਉਂਕਿ ਆਡੀਅנס ਦੇ ਨਾਲ ਤੁਸੀਂ ਆਪਣੇ ਆਪ ਪ੍ਰੇਮ ਕਰਨ ਵਾਲਿਆਂ ਨਾਲ ਮੁਹੱਬਤ ਕਰਨ ਵਾਲਿਆਂ ਦੇ ਸਾਹਮਣੇ ਬੈਠੇ ਆ, ਮੈਨੂੰ ਲੱਗਦਾ ਕਈ ਵਾਰੀ ਕਿ ਸ਼ਾਇਦ ਮੈਂ ਸਾਰਾ ਕੁਝ ਛੱਡ ਜਾਵਾਂ, ਪਰ ਪਤਾ ਨਹੀਂ ਕਦੋਂ, ਹੋ ਸਕਦਾ ਨਾ ਹੀ ਹੋਵੇ, ਪ੍ਰਮਾਤਮਾ ਕਰੇ ਨਾ ਹੋਵੇ, ਵੈਸੇ ਮੈਂ ਵੀ ਨਹੀਂ ਚਾਹੁੰਦਾ। ਪਰ ਇੱਕ ਜਿਹੜਾ ਤੁਹਾਡਾ ਇੱਕ ਆਲਮ ਹੁੰਦਾ, ਇੱਕ ਆਪਣੀ ਫਿਤਰਤ ਹੁੰਦੀ ਆ ਜਿੱਦਾਂ, ਸੋ ਤੁਸੀਂ ਉਹਦੇ ਚ ਜਿਉਣਾ ਚਾਹੁੰਦੇ ਆ ਆਸਾਨੀ ਨਾਲ। ਮੇਰੀ ਟੀਮ ਕਈ ਵਾਰੀ ਮੈਨੂੰ ਕਹਿ ਕੇ ਹਾਰ ਜਾਂਦੀ, ਜਿੱਦਾਂ ਤੁਸੀਂ ਕਿਹਾ, ਕਦੀ ਵਿਊਜ਼, ਕਦੀ ਪ੍ਰਮੋਸ਼ਨ, ਕਦੀ ਕੁਛ ਕਾਈਂਡ ਆਫ। ਮੈਂ ਹਾਂ ਕਰਦੇ ਰਹਿੰਦੇ, ਕਹਿੰਦੇ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਮੈਂ ਹਾਂ ਕਰ ਦਿੰਦਾ, ਪਰ ਕਰਦਾ ਮੈਂ ਤਕਰੀਬਨ ਮਰਜ਼ੀ ਆ ਜ਼ਿਆਦਾਤਰ। ਪਰ ਜੇਕਰ ਜ਼ਿਹਨ 'ਚ ਕਦੀ ਇਹ ਆ ਗਿਆ ਕਿ ਨਹੀਂ ਬਸ ਹੁਣ ਠੀਕ ਹੈ, ਹੁਣ ਆਪ ਹੀ ਲਿਖਦੇ ਆ ਜਾਂ ਜੰਗਲਾਂ 'ਚ ਰਹਿੰਦੇ ਆ, ਜਾਂ ਹੋ ਸਕਦਾ ਪੋਸੀਬਿਲਿਟੀ ਹੈਗੀ ਆ, ਪਰ ਤੁਸੀਂ ਸਾਰੇ ਦੁਆ ਕਰਿਓ ਕਿ ਸਤਾ ਅਮਰ ਜਿੰਨੀ ਜ਼ਿੰਦਗੀ ਹੈਗੀ ਆ। ਕਿਉਂਕਿ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਬਾਕੀ ਉਮਰ ਬੱਚੀ ਸਰਤਾਜ ਵੇ ਸਾਰੀ ਗਾਉਣ ਵਾਲੀਏ, ਹੁਣ ਕੋਈ ਕੁਕਨੁਸ ਵਰਗੀ ਚਿੜੀਆਂ ਨੂੰ ਉਸਤਾਦ ਬਣਾ ਲੈ ਤੂੰ। ਕੁਕਨੁਸ ਇੱਕ ਯੂਨਾਨੀ ਚਿੜੀ ਹੈ ਜਿਹਦੇ ਤੋਂ ਉਹਨਾਂ ਨੇ ਗਾਉਣ ਦੀ ਟੈਕਨੀਕ ਸਿੱਖੀ। ਹੁਣ ਕੋਈ ਕੁਕਨੁਸ ਵਰਗੀ ਚਿੜੀਆਂ ਨੂੰ ਉਸਤਾਦ ਬਣਾ ਲੈ ਤੂੰ, ਤੋੜੀ ਸਭ ਜ਼ੰਜੀਰਾਂ ਫਾਹੇ ਸੋਚ ਆਜ਼ਾਦ ਬਣਾ ਲੈ ਤੂੰ। ਬਾਕੀ ਉਮਰ ਬੱਚੀ ਸਰਤਾਜ ਵੇ ਸਾਰੀ ਗਾਉਣ ਵਾਲੀਏ, ਚੱਕ ਸਮਾਨ ਤਿਆਰੀ ਕਸ ਲੈ ਗੱਡੀ ਆਉਣ ਵਾਲੀਏ, ਦੇਖੀ ਸੌ ਨਾ ਜਾਵੀਂ ਕਿਸਮਤ ਫੇਰਾ ਪਾਉਣ ਵਾਲੀਏ, ਚੱਕ ਸਮਾਨ ਤਿਆਰੀ ਕਸ ਲੈ ਗੱਡੀ ਆਉਣ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਉਸ ਤੋਂ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਸਾਰੇ ਆਏ, ਸਾਡੇ ਸੱਦੇ ਪੱਤੇ ਤੇ ਆਏ, ਔਰ ਸਰਤਾਜ ਸਾਹਿਬ ਯੂਕੇ ਦੇ ਵਿੱਚ ਆਏ ਟੂਰ ਕਰਨ ਵਾਸਤੇ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਬੜੇ ਸੱਚੇ ਸੁੱਚੇ ਇਨਸਾਨ ਨੇ, ਔਰ ਸਾਡੀ ਇਸ ਤੋਂ ਉਦਾਂ ਵੀ ਮੁਲਾਕਾਤ ਹੁੰਦੀ ਰਹਿੰਦੀ, ਸੋ ਬਹੁਤ ਬਹੁਤ ਅੱਛੇ ਨੇ। ਸੋ ਥੈਂਕ ਯੂ ਵੈਰੀ ਮਚ। ਕਿਸੇ ਦੇ ਦਿਲ ਦੇ ਵਿੱਚ ਕੋਈ ਕੁਐਸਚਨ ਮੈਂ ਨਹੀਂ ਚਾਹੁੰਦਾ ਕੋਈ ਲੈ ਕੇ ਜਾਵੇ ਵੀ ਮੇਰੀ ਗੱਲ ਵਿੱਚ ਦੇ ਵਿੱਚ ਰਹਿ ਗਈ, ਠੀਕ ਹੈ ਜੀ? ਔਰ ਭਾਜੀ ਹੁਣੇ ਵੀ ਇਦਾਂ ਦੇ ਕਿ ਇਹਨਾਂ ਨੂੰ ਸਾਨੂੰ ਮਾਇੰਡ ਨਹੀਂ, ਤੁਸੀਂ ਜੋ ਮਰਜ਼ੀ ਪੁੱਛ ਸਕਦੇ, ਠੀਕ ਹੈ ਜੀ? ਹਾਂਜੀ ਇੱਕ ਲਾਸਟ ਕੁਐਸਚਨ। ਹਾਂਜੀ ਸਰਦਾਰ ਜੀ। ਹੈਲੋ। ਹਾਂਜੀ ਭਾਈ, ਲਾਗੇ ਫੜ ਲਓ ਮਾਈਕ ਥੋੜਾ ਜਿਹਾ, ਭਾਜੀ ਲਾਗੇ ਫੜ ਲਓ ਮਾਈਕ। ਪੁੱਛਣ ਨੂੰ ਤਾਂ ਭਾਜੀ ਬਹੁਤ ਕੁਛ ਆ, ਜ਼ਮਾਨਾ ਨਿਕਲ ਜਾਂਦਾ ਭਾਜੀ ਪੁੱਛਦੇ ਫਿਰ ਵੀ ਇੱਕ ਨਾ ਚੀਜ਼ ਨੂੰ ਇੱਕ ਕੁਐਸਚਨ ਦੱਸਿਓ ਜਰੂਰ। ਇਹ ਰਾਗਾਂ ਦੇ ਵਿੱਚ ਗਾਉਣ ਦਾ, ਹਾਂਜੀ, ਜਿੱਦਾਂ ਤੁਸੀਂ ਜ਼ਿਆਦਾਤਰ ਸਵੇਰ ਦੇ ਰਾਗ ਨੂੰ ਯੂਜ਼ ਕਰਦੇ ਆ, ਹਾਂਜੀ, ਸ਼ਾਮ ਨੂੰ ਆਪਣੇ ਜਿਹੜੇ ਹੁੰਦੇ ਆ ਕਲਿਆਣ ਰਾਗ ਦੇ ਵਿੱਚ ਮੈਂ ਕਹਾਂ ਤੁਹਾਡੇ ਸੁਣਿਆ ਗਾਣੇ ਕਾ, ਹਾਂਜੀ। ਸੋ ਆਉਣ ਵਾਲੇ ਟਾਈਮ 'ਚ ਕੁਝ ਪਹਾੜੀ ਰਾਗ ਦੇ ਵਿੱਚ ਜਾਂ ਹੋਰ ਕੋਈ ਰਾਗਾਂ ਦੇ ਵਿੱਚ? ਦੇਖੋ ਟਿਪੀਕਲੀ ਕਿਉਂਕਿ ਜਿਸ ਜ਼ਮਾਨੇ 'ਚ ਅਸੀਂ ਵਿਚਰ ਰਹੇ ਹਾਂ, ਖਾਸ ਤੌਰ ਤੇ ਜਿਹੜੀ ਇਹ ਆਵਾਮ ਆ ਜਿੰਨੀ ਇਹ ਬੈਠੀ ਆ, ਇਹਦੇ 'ਚੋਂ ਮੇਰੇ ਖਿਆਲ 1 ਜਾਂ 2% ਇਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਉਸ ਤਰ੍ਹਾਂ ਦਾ ਇਲਮ ਹੋਏਗਾ ਕਿ ਅੱਛਾ ਇਹ ਪਹਾੜੀ ਆ, ਇਹ ਭੈਰਵੀ ਆ, ਇਹ ਗੁਜਰੀ ਆ, ਇਹ ਕਲਿਆਣ ਆ, ਇਹ ਮਾਰਵਾ ਹੈ, ਇਹ ਸੋਹਣੀ ਆ। ਜਾਂ ਇਸ ਕਰਕੇ ਇੱਕ ਆਵਾਮ ਦਾ ਫਨਕਾਰ ਹੋਣ ਦੇ ਨਾਤੇ ਮੈਂ ਇਹ ਫਰਜ਼ ਸਮਝਦਾ ਕਿ ਤਰਜ਼ ਉਹ ਹੋਵੇ ਜੋ ਸਭ ਤੇ ਲਾਗੂ ਹੋ ਜਾਵੇ, ਗੱਲ ਉਹੀ ਹੁੰਦੀ ਠੀਕ, ਸਿੱਧੇ ਸਾਦੇ ਢੰਗ ਨਾਲ ਆਖੀਏ ਭਾਵੇਂ ਰਮਜ਼ ਹੋਵੇ ਬਾਰੀਕ, ਇੱਥੇ ਕੋਈ ਕਿਸੇ ਤੋਂ ਘੱਟ ਨਹੀਂ, ਸਭ ਇੱਕ ਤੋਂ ਇੱਕ ਵਧੀਕ। ਪਹਿਲਾਂ ਕਈ ਹਜ਼ਾਰਾਂ ਸਾਲ ਸੀ ਹੁੰਦੇ ਸਾਇੰਸਦਾਨ ਗਰੀਕ, ਫਿਰ ਵੀ ਅਮਰੀਕਾ ਦੇ ਨਾਮ ਤੋਂ ਰੱਖਦੇ ਪੁੱਤ ਦਾ ਨਾਮ ਅਮਰੀਕ। ਸਿੱਧੀ ਸੜਕ ਹੈ ਜਾਂਦੀ ਦੋਸਤੋ ਉੱਥੋਂ ਇੰਗਲਿਸਤਾਨਾ ਤੀਕ, ਕੋਈ ਕੁੜੀ ਓਪੇਰਾ ਗਾਉਂਦੀ ਉਹਦੀ ਸਭ ਤੋਂ ਉੱਚੀ ਚੀਕ, ਰੋਮਨ ਖੁਦ ਨੂੰ ਉੱਚੇ ਦੱਸਦੇ ਜੋ ਰੋਮ ਸ਼ਹਿਰ ਵਸਨੀਕ, ਖੁਦ ਵੀ ਪੜਿਆ ਹੁੰਦਾ ਕਾਸ਼ ਉਹਨਾਂ ਨੇ ਬਾਈਬਲ ਵਾਲਾ ਸਟੀਕ। ਸਾਰੀ ਦੁਨੀਆ ਸਾਂਝੀ ਵਾਲਤਾ ਰੱਬ ਸਭ ਦੇ ਵਿੱਚ ਸ਼ਰੀਕ, ਕਾਹਤੋਂ ਖਿੱਚਤੀ ਤੂੰ ਪਰਮਾਤਮਾ ਗੋਲੇ ਕਾਲੇ ਵਿੱਚ ਲੀਕ। ਚੱਲ ਛੱਡ ਤੂੰ ਕੀ ਲੈਣਾ ਦੋਸਤਾ ਤੇਰੇ ਸਾਰੇ ਯਾਰ ਰਫੀਕ, ਤੇਰੀ ਚਾਹ ਵੀ ਠੰਡੀ ਹੋ ਗਈ ਹੁਣ ਪੀਜ਼ਾ ਲਾ ਕੇ ਢੀਕ, ਉਹ ਤੂੰ ਵਿੰਗ ਵਲੇਵੇਂ ਛੱਡ ਜੇ ਹੋਣਾ ਲੋਕਾਂ ਦੇ ਨਜ਼ਦੀਕ, ਜਿਵੇਂ ਲੈ ਕੇ ਹਾਜ਼ਰ ਹੋ ਗਿਆ ਮੇਰੀ ਜਿੰਨੀ ਸੀ ਤੌਫੀਕ। ਜੇ ਤੂੰ ਚਾਹੁੰਦਾ ਸ਼ਾਇਰੀ ਆ ਜਾਵੇ ਤਾਂ ਲੱਭ ਲੈ ਥਾਂ ਰਮਣੀਕ, ਜੀ ਕੋਈ ਪਾਏ ਫਿਰੋਜ਼ਾ ਮੋਤੀ ਨੀਲਮ ਹੀਰਾ ਅਤੇ ਅਕੀਕ। ਸਿੱਧੀ ਸੜਕ ਹੈ ਜਾਂਦੀ ਦੋਸਤੋ ਇੱਥੋਂ ਇੰਗਲਿਸਤਾਨਾ ਤੀਕ, ਰੱਬ ਕਰੇ ਕਿ ਹੁਣ ਸਰਤਾਜ ਦੀ ਹਰ ਇੱਕ ਨੂੰ ਰਹੇ ਉਡੀਕ, ਸੋ ਸਭ ਤੇ ਲਾਗੂ ਹੋ ਜਾਵੇ ਗੱਲ ਉਹੀ ਹੁੰਦੀ ਠੀਕ, ਸਿੱਧੇ ਸਾਦੇ ਢੰਗ ਨਾਲ ਆਖੀਏ। ਸੋ ਇਹ ਮੇਰਾ ਪਰਸਨਲ ਵੇ ਆਫ ਪੋਰਟਰੇਇੰਗ ਮਾਈ ਪੋਇਟਰੀ ਆ ਕਿ ਮੈਂ ਉਸ ਤਰ੍ਹਾਂ ਦੀਆਂ ਤਰਜ਼ਾਂ ਗਾਵਾਂ। ਹਾਲਾਂਕਿ ਮੇਰੀ ਮਾਸਟਰਸ ਇਨ ਮਿਊਜ਼ਿਕ ਆ, ਮੇਰੀ ਐਮਫਿਲ ਇਨ ਮਿਊਜ਼ਿਕ ਆ, ਅਸੀਂ ਕਲਾਸੀਕਲ ਮੌਸੀਕੀ ਦੀਆਂ ਤਰਜ਼ਾਂ
ਕੰਪੋਜੀਸ਼ਨਾਂ ਗਾਉਂਦੇ ਰਹੇ ਆ, ਖਿਆਲ ਗਾਉਂਦੇ ਰਹੇ ਆ। ਕਲਿਆਣ ਤਾਂ ਮੇਰਾ ਫੇਵਰਿਟ ਠਾਠ ਹੁੰਦਾ ਸੀ ਜਦੋਂ ਮੈਂ ਐਮਫਿਲ ਕੀਤੀ ਉਹਦੇ ਤੋਂ ਗੁਜਰੀ ਤੋੜੀ ਮੇਰਾ ਵਨ ਆਫ ਦਾ ਫੇਵਰਿਟ ਰਾਗ ਆ। ਸੋ ਮੇਰੀਆਂ ਮੈਜੋਰਿਟੀ ਕੰਪੋਜੀਸ਼ਨਸ ਉਹਦੇ ਚ ਨੇ। ਅਸੀਂ ਪੁੱਛਦੇ ਰਹਿੰਦੇ ਆ ਸੱਚੇ ਰੱਬ ਤੋਂ, ਤੂੰ ਵੀ ਤੱਕਦੀ ਬੋਲ ਵੇ ਚੰਨਾ ਉਹ ਚਿਰੇ ਵਾਲਿਆ। ਸਾ ਜ਼ਰੇ ਗ ਮਾਦਾ ਮਦਨੀ ਮਨੀ ਦਾ ਮਗਰੇ ਗਾਰੇ ਗਰੇ ਸਾਨੀ ਸਾਨੀ ਦਾ ਮਦਾ ਮਗਰੇ ਗਰੇ ਸਾ। ਇੱਕ ਥੋੜਾ ਜੇ ਭਾਜੀ ਪੁੱਛਿਆ ਨਹੀਂ ਨਾ ਫਿਰ ਮਜ਼ਾ ਨਹੀਂ ਆਉਣਾ। ਹਾਂਜੀ ਭਾਜੀ ਤੁਸੀਂ PhD ਭਾਜੀ ਹਾਂਜੀ ਕੀਤੀ ਮਿਊਜ਼ੀਕਲ ਦੇ ਵਿੱਚ ਤੇ ਤੁਹਾਡੇ ਭਾਜੀ ਉਹ ਸਫ਼ਰ ਤੇ ਇਹ ਸਫ਼ਰ ਕਿਦਾਂ ਮਤਲਬ ਕਿ ਇਹ ਬਿਲਕੁਲ ਸਿੱਧੀ ਗਾਇਕੀ ਆ। ਹਾਂਜੀ ਕਿਉਂਕਿ ਅਸੀਂ ਵੀ ਕਲਾਸੀਕਲ ਰਿਆਜ਼ ਕੀਤਾ, ਮੈਂ ਭਾਈ ਦਿਲਬਾਗ ਸਿੰਘ ਹੁਣਾਂ ਦਾ ਜੀ ਹਾਂਜੀ ਤੇ ਮੈਂ ਉਸ ਚੀਜ਼ ਤੋਂ ਇਸ ਚੀਜ਼ 'ਚ ਬਹੁਤ ਡਿਫਰੈਂਟ ਆ ਰਿਹਾ। ਸਭ ਤੋਂ ਸੁਰ ਸਿੱਧਾ ਗਾ ਹੀ ਨਹੀਂ ਹੁੰਦਾ। ਹਾਂਜੀ ਕਿਉਂਕਿ ਜਦੋਂ ਅਸੀਂ ਉਹ ਹਰਕਤਾਂ ਲਾਈਏ ਅੰਦਰੋਂ ਆਉਂਦਾ ਨਹੀਂ ਆ ਕੀ ਕਰਨ ਲੱਗ ਪਿਆ। ਹਾਂਜੀ ਸੋ ਬੜਾ ਔਖਾ ਹੁੰਦਾ ਨਾ ਭਾਜੀ। ਸੋ ਧੰਨਵਾਦ ਭਾਜੀ ਤੁਹਾਡਾ ਟਾਈਮ ਦੇਣ ਲਈ ਸਾਨੂੰ। ਥੈਂਕ ਯੂ ਸੋ ਮਚ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਗਲੈਂਡ ਦੀ ਧਰਤੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਤੇ ਸ਼ੁਭ ਕਾਮਨਾਵਾਂ ਤੁਹਾਡੀ ਆਉਣ ਵਾਲੀ ਫਿਲਮ ਦੇ ਲਈ। ਮਿਹਰਬਾਨੀ। ਜਿਹੜਾ ਪੰਜਾਬ ਦਾ ਜਿਹੜਾ ਉਹ ਇਤਿਹਾਸ ਜਿਹੜਾ ਸਾਡੀਆਂ ਕਿਤਾਬਾਂ ਦੇ ਵਿੱਚੋਂ ਵੀ ਗਾਇਬ ਹੋ ਗਿਆ ਜਾਂ ਕਰ ਦਿੱਤਾ ਗਿਆ ਜੀ, ਉਹਨੂੰ ਛੂਹਣ ਦੇ ਲਈ ਤੇ ਤੁਹਾਡੀ ਨਵੀਂ ਐਲਬਮ ਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਮਿਹਰਬਾਨੀ। ਤੇ ਮੈਂ ਤੁਹਾਡੇ ਕੋਲੋਂ ਤੁਹਾਡੀਆਂ ਲਿਖੀਆਂ ਹੋਈਆਂ ਲੈਣਾ ਉਹ ਸੁਣਨਾ ਚਾਹੁੰਦਾ ਸੀ ਤੇ ਇੱਕ ਉਹਨਾਂ ਦੇ ਪਿੱਛੇ ਲਿਖਣ ਦਾ ਕੀ ਕਾਰਨ ਸੀ। ਉਹ ਲੈਣਾ ਸੀਗਾ ਜੀ ਖੂਨ ਦੇ ਨਿਸ਼ਾਨ ਕਿੱਥੋਂ ਮਿਟਦੇ। ਹਾਂਜੀ ਤੁਸੀਂ ਵੀ ਤਾਂ ਦੇਖੇ ਸੁਣੇ ਹੋ। ਔਖੇ ਬੜੇ ਦਾਗ ਐਸੇ ਤੋਂ ਤੁਸੀਂ ਜਰੂਰ ਸੁਣਾਇਓ ਤੇ ਉਹਦੇ ਪਿੱਛੇ ਲਿਖਣ ਦਾ ਕਾਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੌਲਤਾਂ ਤੇ ਜੱਗ ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ ਦਾ ਸ਼ੇਰ ਹੈ ਕਿ ਖੂਨ ਦੇ ਨਿਸ਼ਾਨ ਕਿੱਥੋਂ ਮਿਟਦੇ, ਔਖੇ ਬੜੇ ਦਾਗ ਐਸੇ ਧੋਬਣੇ, ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ, ਤੁਸੀਂ ਵੀ ਤਾਂ ਵੇਖੇ ਸੁਣੇ ਹੋਵਣੇ, ਜੀ ਉਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ, ਪੀਂਦੇ ਜੋ ਨਿਮਾਣਿਆਂ ਦੀ ਰਤ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ, ਮੈਂ ਤਾਂ ਇਹੀ ਕੱਢਿਆ ਏ ਤਤ ਜੀ, ਉਹ ਦੌਲਤਾਂ ਤਾਂ ਜੱਗ ਤੇ ਬਥੇਰੀਆਂ। ਸੋ ਬੇਸਿਕਲੀ ਉਹਦੇ ਪਿੱਛੇ ਖਾਸ ਤੌਰ ਤੇ ਜਿਹੜੀਆਂ ਪੰਜਾਬ ਦੀਆਂ ਮੰਦਭਾਗੀਆਂ ਘਟਨਾਵਾਂ ਨੇ। ਸੋ ਸਭ ਤੋਂ ਵੱਡੀ ਘਟਨਾ ਤਾਂ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹਿੰਦੁਸਤਾਨ ਪਾਕਿਸਤਾਨ ਦੇ ਬਟਵਾਰੇ ਦੀ ਆ, ਉਸ ਤੋਂ ਬਾਅਦ ਜਿੰਨੀਆਂ ਵੀ ਹੋਰ ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ, ਤੁਸੀਂ ਵੀ ਤਾਂ ਵੇਖੇ ਸੁਣੇ ਹੋਵਣੇ। ਮੈਂ ਪਹਿਲੇ ਤਾਂ ਹੀ ਉਹਦਾ ਜਵਾਬ ਪਹਿਲੇ ਦੇ ਦਿੱਤਾ ਹੋਇਆ। ਸੋ ਇਹ ਘਟਨਾਵਾਂ ਦੇ ਨਿਸ਼ਾਨ ਬਹੁਤ ਔਖੇ ਮਿਟਦੇ ਆ, ਕਿਉਂਕਿ ਅਸੀਂ ਜਦੋਂ ਬਾਹਰਲੇ ਮੁਲਕਾਂ 'ਚ ਜਾਂਦੇ ਆ ਲੋਕਾਂ ਨੂੰ ਅਜੇ ਵੀ ਉਹ ਤਸ਼ੱਦਦਾਂ ਮਹਿਸੂਸ ਹੁੰਦੀਆਂ ਨੇ ਦਿਲਾਂ ਦੇ ਵਿੱਚ। ਲੋਕ ਹਾਲੇ ਵੀ ਉਸ ਚੀਜ਼ ਨੂੰ ਲੈ ਕੇ ਸੌਂਦੇ ਨੇ, ਲੈ ਕੇ ਜਾਗਦੇ ਨੇ, ਉਹ ਮਿਟਦੇ ਨਹੀਂ ਆ। ਪਰ ਅਸੀਂ ਦੁਆ ਕਰਦੇ ਆ ਕਿ ਹੌਲੀ ਹੌਲੀ ਉਹ ਸਾਰਾ ਕੁਝ ਠਰਮਾ ਆ ਜਾਏ, ਦੁਬਾਰਾ ਮੁਹੱਬਤਾਂ ਕਾਇਮ ਹੋਣ, ਸਭੇ ਸਾਂਝੀ ਵਾਇਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜਿਓ, ਦੁਬਾਰਾ ਇਸ ਧਰਤੀ ਦੇ ਉੱਤੇ ਵਾਪਰੇ। ਮਿਹਰਬਾਨੀ। Thank you. I think that's the perfect note to end it. So thank you very much to all the audience. Thank you very much to Sartaj Saab और साड़ियां दुआवां तुहाडे नाल तुहाडा टूर सफल रहे और परमात्मा करे कि हले तो तुसीं थोड़े गीत सुनाए तो I'm sure कॉन्सर्ट दे विच ते बड़े सुनाओगे और मैं जरूर तुहाडा भंगड़ा देखण वास्ते आऊंगा। साडे वास्ते इतना माड़े जे खड़े हो जाओ, मैं जो मजा आ जाए, भंगड़ा पाਉਂਦਾ ਜਾਊਂਗਾ। हाँ साडे नाल ते करदे साडे। So thank you very much to the great still Sartaj, ladies and gentlemen। भाई जान तो पहला तुसीं ਹਾਂਜੀ ਕੁਝ ਸਾਂਝਾ ਕਰਨਾ ਚਾਹੁੰਦੇ ਹੋ and then we'll give you a clap। ਥੈਂਕ ਯੂ ਤੁਹਾਡਾ ਪਹਿਲਾਂ ਤਾਂ ਸੁਖੀ ਤੁਹਾਡਾ ਬ੍ਰਿਟਿਸ਼ ਟੈਲੀਵਿਜ਼ਨ ਦਾ ਔਰ ਸਾਰਾ ਮੀਡੀਆ ਇੱਥੇ ਜਿੰਨੇ ਵੀ ਲੋਕ ਆਏ ਆ ਕਾਫੀ ਦੂਰੋਂ ਚੱਲ ਕੇ, ਔਰ ਤੁਸੀਂ ਇੰਨਾ ਚਿਰ ਸਾਨੂੰ ਹੁਣ ਬਰਦਾਸ਼ਤ ਕੀਤਾ ਸਾਡੀਆਂ ਗੱਲਾਂ ਨੂੰ, ਇਸ ਗੱਲ ਲਈ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ। ਸਾਡੇ ਵਰਗੇ ਅਦਨਾ ਫਨਕਾਰਾਂ ਨੂੰ ਇਸੇ ਤਰ੍ਹਾਂ ਅਸੀਸ ਦੁਆਵਾਂ ਦਿੰਦੇ ਰਹਿਣਾ ਤਾਂ ਕਿ ਅਸੀਂ ਤੁਹਾਡੇ ਜਜ਼ਬਿਆਂ ਦੇ ਹਾਣ ਦੇ ਹੋ ਸਕੀਏ। ਕਿਉਂਕਿ ਤੇਰੇ ਲੋਕੀ ਤੇਰੇ ਤੋਂ ਹੁਣ ਵੱਧ ਉਮੀਦਾਂ ਕਰਦੇ ਨੇ, ਤੂੰ ਓਡਾ ਕਦ ਹੋਵੇਂਗਾ ਉਹ ਜਿੱਡੀ ਹਾਮੀ ਭਰਦੇ ਨੇ, ਗਾ ਨਗਮਾ ਸਰਤਾਜ ਸਤਿੰਦਰਾ ਹੁਣ ਜੋਗੀ ਦੀ ਬੀਨ ਜਿਹਾ, ਇੱਕ ਵਾਰੀ ਜੇ ਠੋਕਰ ਲੱਗ ਜਾਏ ਹੋਵੀ ਨਾ ਗਮਗੀਨ ਜਿਹਾ, ਅਗਲੀ ਵਾਰੀ ਇਸ ਤੋਂ ਜ਼ਿਆਦਾ ਲੈ ਕੇ ਤੁਰੀ ਯਕੀਨ ਜਿਹਾ। ਕਿਉਂਕਿ ਮੈਂ ਉਸ ਪੰਜਾਬੋਂ ਆਇਆ ਹਾਂ ਜਿੱਥੇ ਮਿੱਟੀ ਵੀ ਮਹਿਕੀਲੀ ਏ, ਸੰਦਲੀ ਜੇ ਹਵਾ ਨਸ਼ੀਲੀ ਏ, ਪੱਤਿਆਂ ਦੀ ਖੜਕ ਸਰੀਲੀ ਏ। ਮੈਂ ਉਸ ਪੰਜਾਬੋਂ ਆਇਆ ਹਾਂ ਜਦ ਤੁਰਿਆਂ ਰਾਹ ਵਿੱਚ ਖੜੀਆਂ ਸੀ, ਅੱਖੀਆਂ ਵਿੱਚ ਸੱਧਰਾਂ ਬੜੀਆਂ ਸੀ, ਪਾਣੀ ਦੀਆਂ ਗੜਬੀਆਂ ਫੜੀਆਂ ਸੀ, ਅਸੀਸਾਂ ਤੋਂ ਵਰਸਾਇਆ ਹਾਂ। ਮੈਂ ਉਸ ਪੰਜਾਬੋਂ ਆਇਆ ਹਾਂ। ਇੱਕ ਸੋ ਇਸ ਗੁਜ਼ਾਰਿਸ਼ ਦੇ ਨਾਲ ਤੁਹਾਡੇ ਸਾਰਿਆਂ ਤੋਂ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੀ ਲਫ਼ਜ਼ ਕਿਹਾ ਗਿਆ ਹੋਵੇ, ਇਸੇ ਸਕਰੀਨ ਦੇ ਸਾਹਮਣੇ, ਇਸੇ ਕੈਮਰੇ ਦੇ ਸਾਹਮਣੇ ਮਾਫੀ ਮੰਗਦੇ ਹਾਂ। ਔਰ ਅੱਗੇ ਵਾਸਤੇ ਤੁਸੀਂ ਵਾਹਿਗੁਰੂ ਸਾਨੂੰ ਸਮਤ ਬਖਸ਼ੇ ਜੀ। ਬਹੁਤ ਬਹੁਤ ਸ਼ੁਕਰੀਆ। ਰੱਬ ਰੱਖਾ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ। ਵਰਗੀ ਚਿੜੀਆ ਨੂੰ ਉਸਤਾਦ ਬਣਾ ਲੈ ਤੂੰ, ਤੋੜੀ ਸਭ ਜ਼ੰਜੀਰਾਂ ਫਾਹੇ ਸੋਚ ਆਜ਼ਾਦ ਬਣਾ ਲੈ ਤੂੰ,
ਬਾਕੀ ਉਮਰ ਬਚੀ ਸਰਤਾਜ ਵੇ ਸਾਰੀ ਗਾਉਣ ਵਾਲੀਏ ਚੱਕ ਸਮਾਨ ਤਿਆਰੀ ਕਸ ਲੈ ਗੱਡੀ ਆਉਣ ਵਾਲੀਏ ਦੇਖੀ ਸੌ ਨਾ ਜਾਵੀਂ ਕਿਸਮਤ ਫੇਰਾ ਪਾਉਣ ਵਾਲੀਏ ਚੱਕ ਸਮਾਨ ਤਿਆਰੀ ਕਸ ਲੈ ਗੱਡੀ ਆਉਣ